ਮਨਜੀਤ ਬਾਈ ਜੀ ਹੋਰਾਂ ਦੀ ਕਹਾਣੀ ਤੁਹਾਨੂੰ ਅਸੀਂ ਦੱਸਣੀ ਹੈ ਕਿਉਂਕਿ ਬਹੁਤ ਵੱਡਾ ਨਾਮ ਹੈ। ਜਿਹੜੇ ਕਲਕੱਤਾ ਦੇ ਵਿੱਚ ਪੰਜਾਬੀ ਰਹਿੰਦੇ ਨੇ ਸ਼ਾਇਦ ਹੀ ਕੋਈ ਹੋਊਗਾ ਜਿਹੜਾ ਜੀਤੀ ਬਾਈ ਜੀ ਹੋਰਾਂ ਨੂੰ ਨਹੀਂ ਜਾਣਦਾ ਹੋਊਗਾ, ਕਿਉਂਕਿ ਜਿੱਥੇ ਇਹਨਾਂ ਦੇ ਆਮ ਲੋਕਾਂ ਦੇ ਨਾਲ ਪਬਲਿਕ ਦੇ ਨਾਲ ਲਿੰਕ ਨੇ ਤਾਂ ਉੱਥੇ ਸਿਆਸੀ ਲੋਕਾਂ ਦੇ ਨਾਲ ਵੀ ਜਿਹੜੇ ਕਲਕੱਤਾ ਦੇ ਵਿੱਚ ਨੇ ਤਾਂ ਉਹਨਾਂ ਦੇ ਨਾਲ ਵੀ ਮਮਤਾ ਬੈਨਰਜੀ ਦੇ ਜਿਹੜੇ ਭਰਾ ਨੇ ਉਹ ਬਹੁਤ ਚੰਗੇ ਮਿੱਤਰ ਨੇ। ਮਨ 'ਚ ਤੜਫ ਜ਼ਰੂਰ ਸੀਗੀ ਵੀ ਜੇ ਕਿਤੇ परमात्मा ने मौका ਦਿੱਤਾ ऐसा भी समाज ਦੀ सेवा कर सकां। ਜਿਹੜੇ ਪੁਰਾਣੇ ਡਿਸਪਿਊਟ ਇਸ ਕਲਕੱਤੇ ਜਾਂ ਬੰਗਾਲ ਦੇ ਵਿੱਚ ਹੈਗੇ ਆ ਧਾਰਮਿਕ ਸਥਾਨਾਂ ਦੇ ਸੀ ਜਾਂ ਹੋਰ ਕੌਮ ਦੇ ਹੈ ਜੇ ਉਲਝੇ ਮਸਲੇ ਜਿਹੜੇ 50-50 60-60 70 ਸਾਲ ਦੇ ਸੀਗੇ ਵੀ ਉਹ ਕਿਤੇ ਹੱਲ ਕਰ ਸਕਾਂ। ਰਹੀ ਗੱਲ ਰਾਜਨੀਤਿਕ ਦੀ, ਮਮਤਾ ਬੈਨਰਜੀ ਦੇ ਭਰਾ ਦੀ ਨੇੜਤਾ ਇਹ 18-20 ਸਾਲ ਹੋ ਗਏ ਉਹਦੇ ਨਾਲ ਮੇਰੀ ਦੋਸਤੀ ਆ ਤੇ ਮੈਂ ਰਾਜਨੀਤਿਕ ਦਾ ਕੁਝ ਸਮਝਦਾ ਨਹੀਂ ਸੀਗਾ, ਜਾਣਦਾ ਨਹੀਂ ਸੀਗਾ। ਤੇ ਮਨਜੀਤ ਸਿੰਘ ਗਰੇਵਾਲ ਸਾਹਿਬ ਜੀਤੀ ਬਾਈ ਕਿਵੇਂ ਬਣ ਜਾਂਦੇ ਹੋ ਪੰਜਾਬੀਆਂ ਦੇ ਵੀ ਬੰਗਾਲੀਆਂ ਦੇ ਵੀ? ਹਲਦੀਏ ਆਪਣਾ ਗੁਰਦੁਆਰਾ ਸੀਗਾ, ਉਹ ਨਾਲ ਦੀ ਜਗ੍ਹਾ ਕਿਸੇ ਵੀਰ ਨੇ ਦੱਬ ਲਈ ਸੀਗੀ। ਉੱਥੇ ਇਹ ਜੀਤੀ ਬਾਈ ਹੋਰੀ ਗਏ, ਉੱਥੇ ਲੋਕਲ MLA ਨੂੰ ਫੜਿਆ, ਉੱਥੇ ਦੇ SP ਨੂੰ ਗੱਲ ਕੀਤੀ, ਉੱਥੇ ਦੇ ਆਪਣੇ ਮਮਤਾ ਦੀਦੀ ਨਾਲ ਗੱਲ ਕਰਕੇ ਉੱਥੇ ਉਹਨਾਂ ਨੂੰ ਪ੍ਰੈਸ਼ਰ ਪਵਾ ਕੇ ਫਿਰ ਉੱਥੇ ਦੇ ਗੁਰਦੁਆਰੇ ਦੀ ਜਗ੍ਹਾ ਵਾਪਸ ਦਵਾਈ। ਕਿਸੇ ਦੇ ਬੱਚੇ ਨੂੰ ਪੜ੍ਹਾਉਣਾ, ਕਿਸੇ ਦੀਆਂ ਫੀਸਾਂ ਦੇਣੀਆਂ ਜਾਂ ਕਿਸੇ ਨੂੰ ਬਾਹਰ ਭੇਜਣਾ ਗਾ, ਮੋਟੀ ਰਕਮ ਵੀ ਇਹਨਾਂ ਨੇ ਦੇ ਕਰਕੇ ਭੁੱਲੇ ਹੋਏ ਨੇ। ਜਿਹੜੀ ਕੇਂਦਰ ਦੀ ਸਰਕਾਰ ਵਿਗਾੜੀ ਹੋਈ ਆ ਇਹ ਭਾਜੀ ਹੋਰਾਂ ਵਰਗੇ ਬੰਦੇ ਨੇ ਵਿਗਾੜੀ ਹੋਈ ਮੇਰੇ ਖਿਆਲ। ਉਹਨਾਂ ਨੂੰ ਪਤਾ ਵੀ ਇਹਨਾਂ ਨੇ ਹੀ ਕਰੀ ਜਾਣਾ, ਆਪਾਂ ਕੀ ਕਰਨਾ। PM ਦੇ ਫੰਡ ਦੇ ਵਿੱਚ ਪੈਸੇ ਮੰਗਾਏ ਗਏ ਨੇ, ਉਹ ਕਹਿੰਦੇ ਪੁੱਛੋ ਨਾ, ਮੈਨੇ ਹਿਸਾਬ ਨਾ ਪੁੱਛੋ ਸਾਤੋਂ ਭਾਈ ਕਿੱਥੇ ਖਰਚਾ ਕਰ ਦਿਆਂਗੇ। ਕਿਸੇ ਗਰੀਬ ਨੂੰ 1 ਰੁਪਇਆ ਨਹੀਂ ਦਿੱਤਾ ਹੈਗਾ। ਮੈਂ ਜਿੱਥੇ ਹਵਾਈ ਜਹਾਜ਼ 'ਚ ਚੜਾਉਣ ਦੇ ਕਹਿੰਦੇ ਹਵਾਈ ਜਹਾਜ਼ ਤੋਂ ਚੱਪਲਾਂ 'ਤੇ ਲੈ ਆਏ। ਤੁਹਾਨੂੰ ਨਹੀਂ ਲੱਗਦਾ ਵੀ ਸਰਕਾਰਾਂ ਦਾ ਰਾਹ ਪੱਧਰਾ ਜਾਂ ਸਰਕਾਰਾਂ ਨੂੰ ਹੋਰ ਸੌਖਾ ਤੁਹਾਡੇ ਵਰਗੇ ਲੋਕ ਵੀ ਕਰ ਰਹੇ ਨੇ? ਠੀਕ ਹੈ, ਤੁਹਾਡੀ ਭਾਵਨਾ ਵੀ ਹੈ, ਪਰ ਤੁਹਾਡਾ ਨਜਾਇਜ਼ ਫਾਇਦਾ ਉਠਾ ਰਹੀਆਂ ਨੇ ਸਰਕਾਰਾਂ ਜੀ ਵੀ ਆਪੇ ਕਰ ਦੇਣਗੇ ਜੀਤੀ ਬਾਈ ਵਰਗੇ ਬੰਦੇ। ਵੈਸੇ ਤਾਂ ਜਿਹੜੇ ਸਾਡੀ ਇੱਕ ਮਾਨਸਿਕਤਾ ਹੋ ਗਈ ਆ ਵੀ ਅਸੀਂ ਕਿਸੇ ਧਾਰਮਿਕ ਬੰਦੇ ਦਾ ਅੰਦਾਜ਼ਾ ਉਸਦੀ ਦਿੱਖ ਤੋਂ ਲਗਾ ਲੈਂਦੇ ਹਾਂ ਤੇ ਤੁਹਾਨੂੰ ਅਸੀਂ ਗੱਲ ਕਿਹਦੀ ਕਰਦੇ ਹਾਂ ਉਸ ਤਰ੍ਹਾਂ ਦੀ ਦਿੱਖ ਵੀ ਨਹੀਂ। ਪਰ ਤੁਹਾਡਾ ਮੋਹ ਪਿਆਰ ਇੰਨਾ ਕਿਉਂ ਜੀ ਸਿੱਖੀ ਲਈ? ਤੇ ਮਮਤਾ ਬੈਨਰਜੀ ਦੇ ਪਰਿਵਾਰ ਨਾਲ, ਉਹਨਾਂ ਦੇ ਭਰਾ ਦੇ ਨਾਲ ਤੁਹਾਡੇ ਸੰਬੰਧ, ਇੱਕ ਮਿੱਤਰਤਾ ਕਿਸ ਤਰ੍ਹਾਂ ਬਣੀ? ਇਹ ਤਾਂ ਨਹੀਂ ਹੈ ਵੀ ਰਾਜਨੀਤਿਕ ਹੁਣ ਮੇਰਾ ਬਿਜ਼ਨਸ ਵੀ ਬਹੁਤ ਵੱਡਾ ਚੱਲ ਰਿਹਾ ਹੈ ਵੀ ਉਹਨਾਂ ਦੀ ਸਰਕਾਰ ਵੀ ਹੈ ਵੀ ਆਪਾਂ ਬਿਜ਼ਨਸ ਦੇ ਰਾਜਨੀਤਿਕ ਲਾਹੇ ਵੀ ਲੈਣੇ ਆ ਜੀ। 7 ਸੀਟਾਂ ਸੀ ਤਾਂ ਉਹਨੇ BJP ਨਾਲ ਮਤਲਬ ਗਠਬੰਧਨ ਕੀਤਾ ਉਦੋਂ, ਫਿਰ ਉਹਦੀ 1 ਸੀਟ ਰਹਿ ਗਈ, 1 ਰਹਿ ਗਈ। ਫਿਰ ਉਹਦੇ ਨਾਲੋਂ ਬੰਦੇ ਹੌਲੀ ਟੁੱਟਣੇ ਸ਼ੁਰੂ ਹੋ ਗਏ। 7 ਵੇਲੇ ਜਿਹੜੇ ਬੰਦੇ ਸੀਗੇ ਉਹ 1 ਵੇਲੇ ਰਹੇ ਨਾ ਵੀ ਇਹਨਾਂ ਦੀ ਪਾਰਟੀ ਦਾ ਗ੍ਰਾਫ ਥੱਲੇ ਨੂੰ ਆ ਗਿਆ ਤੇ ਮੈਂ ਉਹਦਾ ਤਿਉ ਵਧਾਤਾ। ਅੱਜ ਹੁਣ 18 ਸਾਲ ਹੋ ਗਏ ਸਾਨੂੰ ਇਕੱਠਿਆਂ ਨੂੰ। ਰਾਤ ਵਾਲੀ ਰੋਟੀ ਅਸੀਂ ਇਕੱਠੇ ਖਾਂਦੇ ਹਾਂ, ਰਾਤ ਨੂੰ 10-11 ਵਜੇ 12 ਵਜੇ। ਦੋਸਤੀ ਨਿਭਾਉਣ ਦੇ ਲਈ ਪਾਰਟੀ ਦੇ ਕੰਮ ਕਰਦੇ ਹੋ ਜਾਂ ਪਾਰਟੀ ਦੇ ਵਿੱਚ ਕੁਝ ਅਜਿਹਾ ਹੈ ਵੀ ਕਰਨਾ ਚਾਹੀਦਾ ਇਹਦੇ ਲਈ? ਫਾਇਦੇ ਹੋ ਜਾਂਦੇ ਆ ਜੇ ਤੁਸੀਂ ਨਹੀਂ ਹੂੰ ਕਿਸੇ ਪੋਲੀਟੀਕਲ ਬੰਦੇ ਨੂੰ, MLA ਨੂੰ, MP ਨੂੰ ਤੁਸੀਂ ਪਹਿਲਾਂ ਫੋਨ ਕਰੋ, ਪਹਿਲਾਂ ਤਾਂ ਤੁਹਾਡਾ ਫੋਨ ਹੀ ਨਹੀਂ ਚੱਕਦਾ। ਜਦ ਨੂੰ ਅਗਲੇ ਨੇ ਕੇਸ ਦਰਜ ਕਰ ਦੇਣਾ ਵਾ, ਫਿਰ ਉਦੋਂ ਬਾਅਦ ਜੇ ਉਹਨੇ ਦੂਜੇ ਦਿਨ ਫੋਨ ਤੁਹਾਨੂੰ ਰਿੰਗ ਬੈਕ ਕਰ ਵੀ ਲਈ, ਉਦੋਂ ਬਾਅਦ ਕੱਢਣ ਪਾਉਣ ਨੂੰ ਕੀ ਆ, ਫਿਰ ਤਾਂ ਗੱਲ ਬਣਨੀ ਨਹੀਂ। ਇਹ ਮੌਕੇ 'ਤੇ ਸਾਰਾ ਕੁਛ ਹੋ ਜਾਂਦਾ ਜਦੋਂ ਉਹ ਮੇਰੇ ਨਾਲ ਹੁੰਦਾ ਵਾ। ਗੰਦਲੇ ਹੋਏ ਸਿਸਟਮ 'ਚ ਵੜ ਕੇ ਕਹਿੰਦੇ ਉਹਨੂੰ ਸਵਾਰਿਆ ਜਾ ਸਕਦਾ। ਵੜਨ ਦੀ ਗੱਲ ਕਰਦਾ ਵੀ ਉੱਥੇ ਜਾ ਕੇ ਕੀ ਵੜਨਾ ਸੰਭਵ ਨਹੀਂ ਹੈ ਜੀ ਹੁਣ ਪੰਜਾਬ 'ਚ ਜਾਣਾ? ਨਹੀਂ, ਗੰਦਲਾ ਤਾਂ ਨਹੀਂ ਕਿਹਾ ਜਾ ਸਕਦਾ, ਸਾਰੇ ਤਾਂ ਨਹੀਂ ਗੰਦਲੇ ਹੁੰਦੇ। ਪੇਪਰ ਛਾਪੇ ਜਾਂਦੇ ਹੁੰਦੇ ਸੀਗੇ, ਫੇਰ ਵੇਚੇ ਜਾਂਦੇ ਹੁੰਦੇ ਸੀਗੇ। ਹੁਣ ਪੇਪਰ ਪਹਿਲਾਂ ਵਿਕ ਜਾਂਦਾ ਵਾ, ਫੇਰ ਛਾਪਿਆ ਜਾਂਦਾ ਵਾ। ਤੁਸੀਂ ਵੀ ਚੰਗਾ ਰਸੂਖ ਰੱਖਦੇ ਹੋ ਕਲਕੱਤਾ ਦੇ ਵਿੱਚ, ਨੋਟਿਸ ਦਾ ਤੁਹਾਨੂੰ ਵੀ ਡਰਾਵਾ ਦਿੱਤਾ ਜਾ ਸਕਦਾ, ਧਮਕੀ ਤੁਹਾਨੂੰ ਵੀ ਆ ਸਕਦੀ ਹੈ ਜਿਵੇਂ ਤੁਹਾਡੇ ਬਿਜ਼ਨਸ ਚੱਲ ਰਹੇ ਨੇ, ਕਿਉਂਕਿ ਤੁਹਾਡਾ ਔਰ ਪਰਿਵਾਰਕ ਇੱਕ ਸੰਬੰਧ ਵੀ ਹੈਗਾ ਮਮਤਾ ਜੀ ਦੇ ਨਾਲ ਵੀ, ਉਹਨਾਂ ਦੇ ਭਰਾ ਦੇ ਨਾਲ ਵੀ। ਫਿਰ ਇਹ ਯਾਰੀ ਦੋਸਤੀ ਟੁੱਟੂਗੀ ਜਾਂ ਕਿਵੇਂ ਹੋਊਗਾ ਜੀ? ਢਾਬਾ ਜਦੋਂ ਸ਼ੁਰੂ ਕੀਤਾ ਉਹਦੇ ਨਾਲ ਮੇਰੀ ਦੋਸਤੀ ਪਈ ਤਾਂ ਇਸ ਇਲਾਕੇ ਦੇ ਵਿੱਚ ਜਿੱਤ ਕੇ ਕਾਮਰੇਡ ਆ ਗਏ, ਉਹਨਾਂ ਦੇ ਕਾਉਂਸਲਰ ਬਣ ਗਏ। ਉਹਨਾਂ ਨੇ ਆ ਕੇ ਮੇਰਾ ਪਾਣੀ ਦੀਆਂ ਲਾਈਨਾਂ ਵਗੈਰਾ ਕੱਟਤੀਆਂ, ਹੋਰ ਸਾਰਾ ਕੁਝ ਕੱਟਤੀਆਂ ਤੇ ਵੀ ਤੇਰੀ ਉਹਨਾਂ ਦੇ ਪਰਿਵਾਰ ਨਾਲ ਦੋਸਤੀ ਆ
ਤੇ ਗੁੱਸੇ 'ਚ ਆ ਕੇ ਕੱਟ ਗਏ। ਤੇ ਫਿਰ ਮੈਨੂੰ ਕਾਰਤਿਕ ਬੈਨਰਜੀ ਨੇ ਕਿਹਾ ਵੀ ਮੈਂ ਆਉਣਾ ਬੰਦ ਯਾਰ ਕਰ ਦੇਣਾ ਵਾ, ਤੇਰਾ ਨੁਕਸਾਨ ਕਰਕੇ ਚਲੇ ਗਏ ਇਹ, ਵੀ ਪਾਣੀਓ ਹੀ ਕੱਟਤਾ ਤੇਰੇ ਢਾਬੇ ਦਾ, ਲੈਣਾ ਕੱਟਤੀਆਂ। ਤੇ ਮੈਂ ਉਹਨੂੰ ਕਿਹਾ ਵੀ ਚੱਲ ਕੋਈ ਨਾ, ਇਹ ਮੈਂ ਸਾਰਾ ਕੁਝ ਮੈਨੇਜ ਕਰ ਲੂੰਗਾ, ਤੂੰ ਆਉਣਾ ਨਾ ਬੰਦ ਕਰ, ਭਾਵੇਂ ਸਾਲੇ ਹੋਟਲ ਹੀ ਬੰਦ ਕਰਾ ਦੇਣ, ਮਤਲਬ ਤੂੰ ਨਾ ਆਉਣਾ ਬੰਦ ਕਰੀ। ਸਤਿ ਸ੍ਰੀ ਅਕਾਲ ਜੀ, ਤੁਸੀਂ ਪੰਜਾਬੀ ਲੋਕ ਚੈਨਲ ਵੇਖ ਰਹੇ ਹੋ ਤੇ ਮੈਂ ਜਗਦੀਪ ਸਿੰਘ ਥਲੀ ਹਾਂ। ਦੋਸਤੋ, ਕਲਕੱਤਾ ਦੇ ਵਿੱਚ ਹਾਂ ਤੇ ਕਲਕੱਤਾ ਦੇ ਅਸੀਂ ਉਹਨਾਂ ਲੋਕਾਂ ਦੀਆਂ ਕਹਾਣੀਆਂ, ਉਹਨਾਂ ਲੋਕਾਂ ਦੀਆਂ ਸਟੋਰੀਜ਼ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਜਾਂ ਕਹਿ ਲਈਏ ਵੀ ਉਹਨਾਂ ਪੰਜਾਬੀ ਭਰਾਵਾਂ ਦੀਆਂ ਜਿਨ੍ਹਾਂ ਨੇ ਇੱਕ ਸਫਲ ਪੰਜਾਬੀ ਹੋਣ ਦਾ ਮਾਣ ਪ੍ਰਾਪਤ ਕੀਤਾ। ਤੇ ਸਾਨੂੰ ਵੀ ਉਹਨਾਂ ਲੋਕਾਂ ਦੇ ਉੱਤੇ ਮਾਣ ਹੈ, ਕਿਉਂਕਿ ਜਦੋਂ ਗੱਲ ਆਉਂਦੀ ਹੈ ਪੰਜਾਬੀਆਂ ਦੀ, ਪੰਜਾਬ ਦੀ, ਤੇ ਫਿਰ ਗੱਲ ਹੋਰ ਸਟੇਟਾਂ ਦੀ ਹੁੰਦੀ ਹੈ ਤਾਂ ਉੱਥੇ ਵੀ ਪੰਜਾਬੀਆਂ ਨੇ ਮੱਲਾਂ ਮਾਰੀਆਂ ਨੇ। ਤੇ ਫਿਰ ਉਹ ਕਿਹੜੇ ਲੋਕ ਨੇ ਜਿਨ੍ਹਾਂ ਕਰਕੇ ਪੰਜਾਬੀ ਬਾਹਰ ਦੀਆਂ ਸਟੇਟਾਂ 'ਚ, ਬਾਹਰ ਦੇ ਪ੍ਰਾਂਤਾਂ 'ਚ ਤੇ ਬਾਹਰ ਦੇ ਦੇਸ਼ਾਂ 'ਚ, ਯਾਨੀ ਕਿ ਵਿਦੇਸ਼ਾਂ 'ਚ ਵੀ ਬਹੁਤ ਜ਼ਿਆਦਾ ਮਸ਼ਹੂਰ ਹੋਏ ਨੇ। ਸੋ ਉਹਨਾਂ ਲੋਕਾਂ ਦੇ ਵਿੱਚੋਂ ਹੀ ਇੱਕ ਹੋਰ ਸ਼ਖਸੀਅਤ ਹੈ ਬਾਈ ਮਨਜੀਤ ਸਿੰਘ ਗਰੇਵਾਲ ਜੀ, ਜਿਨ੍ਹਾਂ ਨੂੰ ਜੀਤੀ ਬਾਈ ਕਰਕੇ ਬਹੁਤ ਜਾਣਿਆ ਜਾਂਦਾ ਹੈ। ਜੀਤੀ ਬਾਈ ਸਿਰਫ ਪੰਜਾਬੀਆਂ ਦੇ ਹੀ ਬਾਈ ਨਹੀਂ ਹੈ, ਬੰਗਾਲੀਆਂ ਦੇ ਵੀ ਬਾਈ ਹੋ ਗਏ ਨੇ। ਸੋ ਤੇ ਨਾਲ ਹੀ ਉਹਨਾਂ ਦੇ ਦੋਸਤ ਮਿੱਤਰ ਤੇ ਮੇਰੇ ਵੀ ਮਿੱਤਰ ਬਾਈ ਗੁਰਦੀਪ ਸਿੰਘ ਜੀ, ਸਰਦਾਰ ਚੇਤਨ ਸਿੰਘ ਜੀ, ਜਿਹੜੇ ਚੇਤਨ ਗੈਰਾਜ ਵਾਲਿਆਂ ਦੀ ਅਸੀਂ ਮੁਲਾਕਾਤ ਤੁਹਾਨੂੰ ਵਿਖਾਈ ਸੀ, ਜਿਹਦੇ ਵਿੱਚ ਮੈਂ ਜ਼ਿਕਰ ਵੀ ਕੀਤਾ ਸੀ ਵੀ ਉਹਨਾਂ ਦੇ ਨਾਲ ਵੀ ਆਪਾਂ ਬੈਠਾਂਗੇ, ਗੱਲਬਾਤ ਕਰਾਂਗੇ, ਤੇ ਉਹ ਬਾਈ ਜੀ ਵੀ ਨਾਲ ਬੈਠਿਆ। ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੋ ਜੀ? ਬਿਲਕੁਲ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਲੋਕ ਚੈਨਲ ਜੋ ਸਾਡੇ ਤੱਕ ਪਹੁੰਚਿਆ, ਇੱਥੇ ਬੰਗਾਲ 'ਚ ਆਇਆ ਵਾ, 1.5-2 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ, ਅਸੀਂ ਲੋਕ ਚੈਨਲ ਦੇ ਬਹੁਤ ਬਹੁਤ ਧੰਨਵਾਦੀ ਹਾਂ। ਬਹੁਤ ਸ਼ੁਕਰੀਆ ਜੀ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਠੀਕ ਹੋ ਜੀ? ਹਾਂ ਜੀ, ਬਹੁਤ ਵਧੀਆ ਜੀ। ਤੇ ਅੱਜ ਮਨਜੀਤ ਬਾਈ ਜੀ ਹੋਰਾਂ ਦੀ ਕਹਾਣੀ ਤੁਹਾਨੂੰ ਅਸੀਂ ਦੱਸਣੀ ਹੈ, ਕਿਉਂਕਿ ਬਹੁਤ ਵੱਡਾ ਨਾਮ ਹੈ। ਜਿਹੜੇ ਕਲਕੱਤਾ ਦੇ ਵਿੱਚ ਪੰਜਾਬੀ ਰਹਿੰਦੇ ਨੇ, ਸ਼ਾਇਦ ਹੀ ਕੋਈ ਹੋਊਗਾ ਜਿਹੜਾ ਜੀਤੀ ਬਾਈ ਜੀ ਹੋਰਾਂ ਨੂੰ ਨਹੀਂ ਜਾਣਦਾ ਹੋਊਗਾ, ਕਿਉਂਕਿ ਜਿੱਥੇ ਇਹਨਾਂ ਦੇ ਆਮ ਲੋਕਾਂ ਦੇ ਨਾਲ, ਪਬਲਿਕ ਦੇ ਨਾਲ ਲਿੰਕ ਨੇ, ਤਾਂ ਉੱਥੇ ਸਿਆਸੀ ਲੋਕਾਂ ਦੇ ਨਾਲ ਵੀ ਜਿਹੜੇ ਕਲਕੱਤਾ ਦੇ ਵਿੱਚ ਨੇ, ਤਾਂ ਉਹਨਾਂ ਦੇ ਨਾਲ ਵੀ। ਮਮਤਾ ਬੈਨਰਜੀ ਦੇ ਜਿਹੜੇ ਭਰਾ ਨੇ ਉਹ ਬਹੁਤ ਚੰਗੇ ਮਿੱਤਰ ਨੇ। ਇਹ ਮਿੱਤਰਤਾ ਕਿਵੇਂ ਬਣਦੀ ਹੈ ਬਾਈ ਜੀ, ਕਿਵੇਂ ਉੱਠਦੇ ਨੇ, ਕਿਵੇਂ ਕਲਕੱਤੇ ਆਉਂਦੇ ਆ, ਉੱਥੋਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਬਾਈ ਜੀ ਇਹੀ ਦੱਸੋ ਵੀ ਕਲਕੱਤੇ ਦਾ ਸੁਭਾਗ ਜਾਂ ਸਬੱਬ ਕਿਵੇਂ ਬਣਦਾ? ਜਨਮ ਇੱਥੋਂ ਦਾ, ਪਿਤਾ ਜੀ ਇੱਥੇ ਕੰਮ ਕਰਦੇ ਸੀ ਜਾਂ ਤੁਸੀਂ ਆਉਂਦੇ ਹੋ ਜੀ? 1920 'ਚ ਮੇਰੇ ਦਾਦਾ ਜੀ ਆਏ ਸੀਗੇ ਉਰੇ। ਉਸ ਤੋਂ ਬਾਅਦ ਉਹ ਕੁਛ ਚਿਰ ਰਹਿ ਕੇ ਫਿਰ ਉਹ 46 'ਚ ਵਾਪਸ ਪੰਜਾਬ ਚਲੇ ਗਏ। ਫਿਰ ਮੇਰੇ ਫਾਦਰ ਸਾਹਿਬ 51 'ਚ ਆਏ ਉਰੇ, ਕਲਕੱਤੇ ਆਏ। ਤੇ ਉਦੋਂ ਮੇਰਾ ਜਨਮ ਬਾੜਦਾ ਵਾ ਉਰੇ। ਜਨਮ ਤਾਂ ਕਿਲ੍ਹਾ ਰਾਏਪੁਰ ਪਿੰਡ ਹੋਇਆ, ਪਰ ਬਚਪਨ ਤੋਂ ਹੀ ਮੈਂ ਉਰੇ ਹੈਗਾ ਵਾਂ। ਤੇ ਬੜੀ ਸੰਘਰਸ਼ ਵਾਲੀ ਜ਼ਿੰਦਗੀ ਰਹੀ, ਪਰ ਪਰਮਾਤਮਾ ਨੇ ਬੜੀ ਮਿਹਰ ਕੀਤੀ, ਹਰ ਪੱਖੋਂ ਬਹੁਤ ਮਿਹਰ ਕੀਤੀ। ਪਰ ਜਿਉਂ-ਜਿਉਂ ਸਮਝ ਉਸ ਮਾਲਕ ਨੇ ਬਖਸ਼ੀ, ਮਾਲਕ ਨੇ ਰਹਿਮਤ ਕੀਤੀ, ਤਾਂ ਮਨ 'ਚ ਤੜਫ ਜ਼ਰੂਰ ਸੀਗੀ ਵੀ ਜੇ ਕਿਤੇ ਪਰਮਾਤਮਾ ਨੇ ਮੌਕਾ ਦਿੱਤਾ ਐਸਾ ਵੀ ਸਮਾਜ ਦੀ ਸੇਵਾ ਕਰ ਸਕਾਂ। ਜਿਹੜੇ ਪੁਰਾਣੇ ਡਿਸਪਿਊਟ ਇਸ ਕਲਕੱਤੇ ਜਾਂ ਬੰਗਾਲ ਦੇ ਵਿੱਚ ਹੈਗੇ ਆ, ਧਾਰਮਿਕ ਸਥਾਨਾਂ ਦੇ ਸੀ ਜਾਂ ਹੋਰ ਕੌਮ ਦੇ ਇਹੋ ਜਿਹੇ ਉਲਝੇ ਮਸਲੇ ਜਿਹੜੇ 50-50, 60-60, 70 ਸਾਲ ਦੇ ਸੀਗੇ, ਵੀ ਉਹ ਕਿਤੇ ਹੱਲ ਕਰ ਸਕਾਂ। ਤੇ ਪਰਮਾਤਮਾ ਨੇ ਇਹ ਸੇਵਾਵਾਂ ਕਰਨ ਤੋਂ ਪਹਿਲਾਂ ਮੇਰਾ ਆਰਥਿਕ ਪੱਖ ਉਸ ਮਾਲਕ ਨੇ ਮਜ਼ਬੂਤ ਕੀਤਾ। ਉਸ ਤੋਂ ਬਾਅਦ ਮੈਨੂੰ ਉਸ ਮਾਲਕ ਨੇ ਸੇਵਾ ਵਾਲੇ ਪਾਸੇ ਲਾਇਆ। ਤੇ ਜਿਹੜੇ ਵੀ 50, 60, 70 ਸਾਲ ਦੇ ਡਿਸਪਿਊਟ ਸੀਗੇ, ਤਕਦੀਰਮ ਹਰੇਕ ਨੂੰ ਹੀ ਹੱਥ ਪਾਇਆ ਤੇ ਹਰੇਕ ਹੀ ਸਕਸੈਸ ਹੋਇਆ, ਹਰੇਕ ਕੰਮ ਹੀ ਸਕਸੈਸ ਹੋਇਆ। ਤੇ ਜੇ ਗਿਣਾਉਣ ਲੱਗੇ ਤਾਂ ਮਤਲਬ ਬੜਾ ਲੰਬਾ ਟਾਈਮ ਲੱਗ ਜਾਊਗਾ। ਸਾਰਾ ਸਮਾਜ ਜਾਣਦਾ, ਉਰੇ ਦਾ ਸਾਰਾ ਭਾਈਚਾਰਾ ਜਾਣਦਾ ਵਾ। ਤੇ ਰਹੀ ਗੱਲ ਰਾਜਨੀਤਿਕ ਦੀ, ਮਮਤਾ ਬੈਨਰਜੀ ਦੇ ਭਰਾ ਦੀ ਨੇੜਤਾ, ਇਹ 18-20 ਸਾਲ ਹੋ ਗਏ ਉਹਦੇ ਨਾਲ ਮੇਰੀ ਦੋਸਤੀ ਆ। ਤੇ ਮੈਂ ਰਾਜਨੀਤਿਕ ਦਾ ਕੁਛ ਸਮਝਦਾ ਨਹੀਂ ਸੀਗਾ, ਜਾਣਦਾ ਨਹੀਂ ਸੀਗਾ। ਤੇ
84 ਤੋਂ ਬਾਅਦ ਪਹਿਲਾਂ ਕਾਂਗਰਸ 'ਚ ਸੀਗਾ, ਸਾਰਾ ਆਪਣਾ ਸਿੱਖ ਭਾਈਚਾਰਾ ਕਾਂਗਰਸ ਕਰਦਾ ਹੁੰਦਾ ਸੀ। ਜਦੋਂ 84 ਦੇ ਦੰਗੇ ਹੋਏ ਉਸ ਤੋਂ ਬਾਅਦ ਸਾਰੇ ਦਾ ਸਾਰਾ ਆਪਣਾ ਭਾਈਚਾਰਾ ਸ਼ਿਫਟ ਹੋ ਗਿਆ CPM ਦੇ ਵਿੱਚ, ਕਾਮਰੇਡਾਂ ਦੇ ਵਿੱਚ। ਕਲਕੱਤੇ 'ਚ, ਕਲਕੱਤੇ ਬੰਗਾਲ ਦੇ ਵਿੱਚ ਸਾਰੇ ਹੀ ਕਾਮਰੇਡਾਂ ਵੱਲ ਸ਼ਿਫਟ ਹੋ ਗਏ। ਹੋਰ ਤੀਜੀ ਕੋਈ ਇੱਥੇ ਧਿਰ ਸੀਗੀ ਨਹੀਂ ਗੀ, ਤੇ ਕਾਮਰੇਡਾਂ 'ਚ ਸਾਰੇ ਸ਼ਿਫਟ ਹੋ ਗਏ। ਉਹ ਤੇ ਕਾਰਤਿਕ ਦਾ ਨੇ ਮੈਨੂੰ, ਜਿਹੜਾ ਦੀਦੀ ਦਾ ਭਰਾ, ਉਹਨੇ ਮੈਨੂੰ ਕਿਹਾ ਵੀ ਸਿਰਫ 2 ਕੁ ਪੰਜਾਬੀ ਹੋਈ 3 ਮੂਲ ਕਰਦੇ ਆ, ਤੇ ਬਾਕੀ ਸਾਰੇ ਕਾਮਰੇਡਾਂ ਦੇ ਨਾਲ ਆ, ਤੂੰ ਕੋਸ਼ਿਸ਼ ਕਰ। ਮੈਂ ਕੋਸ਼ਿਸ਼ ਕਰਦਾ ਰਿਹਾ ਤੇ ਪੂਰਾ ਬੰਗਾਲ ਦਾ ਭਾਈਚਾਰਾ ਸਾਰੇ ਦਾ ਸਾਰਾ ਦੁਬਾਰਾ ਫੇਰ 3 ਮੂਲ ਦੇ ਵਿੱਚ ਆ ਗਿਆ। ਤੇ ਦੀਦੀ ਅੰਨਿਓ ਬਾਕੀ ਕਾਰਤਿਕ ਬੈਨਰਜੀ ਨੇ ਬੜੀ ਮੇਰੀ ਮਦਦ ਕੀਤੀ। ਮਤਲਬ ਜਿੰਨੇ ਡਿਸਪਿਊਟ ਆਪਣੇ ਮਸਲੇ ਸੁਲਝੇ ਆ, ਤੇ ਉਹਦਾ ਬੈਕਡੋਰ 'ਚ ਦੀਦੀ ਦਾ ਤੇ ਕਾਰਤਿਕ ਬੈਨਰਜੀ ਦਾ ਬੜਾ ਸਹਿਯੋਗ ਰਿਹਾ। ਮੈਂ ਰਾਜਨੀਤਿਕ ਗੱਲਾਂ ਦੇ ਵੱਲ ਤੁਹਾਡੇ ਨਾਲ ਆਉਂਦਾ, ਪਰ ਮੈਂ ਜਿਵੇਂ ਤੁਸੀਂ ਇੱਥੇ ਆ ਜਾਂਦੇ ਹੋ, ਦਾਦਾ ਜੀ ਤੁਹਾਡੇ ਆਉਂਦੇ, ਫਿਰ ਪੰਜਾਬ ਚਲੇ ਜਾਂਦੇ ਹੋ, ਤੁਸੀਂ ਰਾਏਪੁਰ, ਕਿਲ੍ਹਾ ਰਾਏਪੁਰ ਵੀ ਦੱਸਿਆ, ਜ਼ਿਲ੍ਹਾ ਲੁਧਿਆਣਾ। ਤੇ ਬਾਈ ਜੀ ਜਦੋਂ ਤੁਸੀਂ ਆਉਂਦੇ ਹੋ ਤਾਂ ਤੁਹਾਡੀ ਆਰਥਿਕ ਸਥਿਤੀ ਕਿੰਨੀ ਕੁ ਸਟਰੋਂਗ ਸੀ? ਮਤਲਬ ਕਿ ਪਿਤਾ ਜੀ ਨੇ ਕੁਛ ਅਜਿਹਾ ਕਮਾ ਕੇ ਰੱਖਿਆ ਹੋਇਆ ਸੀ, ਜਾਂ ਤੁਸੀਂ ਆਪ ਕਰਦੇ ਹੋ ਬਿਜ਼ਨਸ? ਕੀ ਚਲਾਉਂਦੇ ਹੋ ਤੁਸੀਂ ਆ ਕੇ? ਦਾਦਾ ਜੀ ਵੇਲੇ ਤਾਂ ਆਰਥਿਕ ਪੱਖ ਵਧੀਆ ਸੀਗਾ। ਉਦੋਂ ਇੱਥੇ ਇੱਕ ਬੱਸ 4-5 ਟੈਕਸੀਆਂ ਸੀਗੀਆਂ। ਉਹ 46 'ਚ ਇੱਥੋਂ ਉਹ ਸਾਰਾ ਕੁਝ ਵੇਚ ਕੇ ਪੰਜਾਬ ਚਲੇ ਜਾਂਦੇ ਆ। ਪੰਜਾਬ ਉਹਨਾਂ ਨੇ ਨਾ ਤਾਂ ਕੋਈ ਜਾਇਦਾਦ ਖਰੀਦੀ ਮੇਰੇ ਦਾਦਾ ਜੀ ਨੇ। ਪੰਜਾਬ ਜਾਣ ਦਾ ਕਾਰਨ ਕੀ ਸੀ ਜੀ? 47 'ਚ ਇੱਥੇ ਰਾਈਟਸ ਸੀਗੇ, 46-7 ਦੇ ਵਿੱਚ ਇੱਕ ਦੰਗੇ, ਉਹ ਇੱਕ ਕਾਰਨ ਸੀਗਾ ਵੀ ਹੁਣ ਚਲੋ ਚੱਲਦੇ ਆ, ਆਪਦੇ ਸੂਬੇ 'ਚ ਹੀ ਰਹਾਂਗੇ। ਤੇ ਉੱਥੇ ਉਹਨਾਂ ਨੇ ਨਾ ਕੁਛ ਕਰਕੇ ਮਤਲਬ ਉਹ ਸਾਰੇ ਦਾ ਸਾਰਾ ਪੈਸਾ ਮਤਲਬ ਘਰੇ ਰੱਖ ਕੇ ਹੀ ਵਰਤ ਲਿਆ। ਜੋ ਮੈਨੂੰ ਮੇਰੇ ਫਾਦਰ ਸਾਹਿਬ, ਮੇਰੇ ਬਾਪੂ ਜੀ ਦੱਸਦੇ ਸੀਗੇ ਵੀ ਉਹਨਾਂ ਨੇ ਉਹ ਪੈਸਾ ਘਰੇ ਬਿਜ਼ਨਸ ਨਹੀਂ ਕੀਤਾ ਜਾਂ ਕੋਈ ਜਾਇਦਾਦ ਨਹੀਂ ਖਰੀਦੀ। ਉਹ ਫਿਰ 49 'ਚ ਆ ਕੇ ਮਤਲਬ ਜਦੋਂ ਘਰ ਦੀ ਪੋਜੀਸ਼ਨ ਬਹੁਤ ਜ਼ਿਆਦਾ ਮਾੜੀ ਹੋ ਗਈ, ਮਤਲਬ ਹਾਲਾਤ ਬਹੁਤ ਮਾੜੇ ਹੋਏ, ਫਿਰ ਮੇਰੇ ਫਾਦਰ ਨੂੰ ਇੱਥੇ ਕਲਕੱਤੇ ਆਉਣਾ ਪਿਆ। ਤੇ ਆ ਕੇ ਫਿਰ ਸੰਘਰਸ਼ ਇੱਕ ਟੈਕਸੀ ਤੋਂ ਸ਼ੁਰੂ ਹੁੰਦਾ ਅੱਜ ਦਾਤੇ ਦੀ ਬੜੀ ਰਹਿਮਤ ਆ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਜੀ। ਅੱਜ ਕਿਹੜੇ ਬਿਜ਼ਨਸ ਕਰ ਰਹੇ ਹੋ ਜੀ? ਇੱਥੇ ਰਹਿਣ ਵਾਲੇ ਹੋਟਲ ਵੀ ਹੈਗੇ ਆ ਜੀ, ਢਾਬੇ ਵੀ ਹੈਗੇ ਆ, ਬਾਕੀ ਕੰਸਟਰਕਸ਼ਨ ਦਾ ਕੰਮ ਵੀ ਹੈਗਾ ਜੀ। ਹਾਂਜੀ। ਤੇ ਮਨਜੀਤ ਸਿੰਘ ਗਰੇਵਾਲ ਸਾਹਿਬ, ਜੀਤੀ ਬਾਈ ਕਿਵੇਂ ਬਣ ਜਾਂਦੇ ਹੋ, ਪੰਜਾਬੀਆਂ ਦੇ ਵੀ ਬੰਗਾਲੀਆਂ ਦੇ ਵੀ? ਮੇਰਾ ਨਾਮ ਮਨਜੀਤ ਹੋਣ ਕਰਕੇ ਜਿੰਨੀ ਬੰਗਾਲੀ ਕਮਿਊਨਿਟੀ ਸੀ ਉਹ ਮੈਨੂੰ ਬਚਪਨ ਤੋਂ ਹੀ ਮਤਲਬ ਜੀਤੇ ਉਹ ਮਗਰਲਾ ਨਾਂ ਲੈ ਲੈਂਦੀ ਸੀ, ਮੂਰਲਾ ਛੱਡ ਦਿੰਦੀ ਸੀ। ਉਹ ਫਿਰ ਕੋਈ ਜੀਤੀ ਬਾਈ ਕਹਿਣ ਲੱਗ ਗਿਆ, ਕੋਈ ਜੀਤਾ ਕਹਿਣ ਲੱਗ ਗਿਆ, ਇਉਂ ਮਿੱਸਾ ਜਿਹਾ ਚੱਲਦਾ ਰਿਹਾ ਮਤਲਬ। ਤੇ ਕਹਿੰਦੇ ਤਕਦੀਰਮ ਜਾਣਦੇ ਇਹ ਛੋਟੇ ਨਾਂ ਤੋਂ ਹੀ ਸਾਰੇ ਹੈਗੇ ਆ। ਤੇ ਭਾਜੀ ਕੋਈ ਬੰਦਾ ਜਾਂ ਤੁਹਾਡੇ ਫਾਦਰ ਸਾਹਿਬ ਦੀ ਵੀ ਕਈ ਵਾਰ, ਕਿਉਂਕਿ ਜਿਹੜਾ ਵੀ ਬੰਦਾ ਸਕਸੈਸ ਹੁੰਦਾ ਕਈ ਵਾਰ ਉਹਨੂੰ ਪਰਮਾਤਮਾ ਦੀ ਮਿਹਰ ਤਾਂ ਹੁੰਦੀ ਉਹ ਹੈ ਸਕਸੈਸ ਦੇ ਪਿੱਛੇ, ਪਰ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਨੇ ਜਿਹੜੇ ਕਿਸੇ ਬੰਦੇ ਨੂੰ ਸਫਲ ਬਣਾਉਣ ਦੇ ਲਈ ਵਧੀਆ ਰੋਲ ਅਦਾ ਕਰ ਜਾਂਦੇ ਨੇ। ਬੇਸ਼ੱਕ ਉਹ ਲੋਕ ਵੀ ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਾਪ ਹੁੰਦਾ ਉਹਨਾਂ ਲੋਕਾਂ ਦਾ ਵੀ, ਪਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਅਜਿਹਾ ਵਿਅਕਤੀ ਰਿਹਾ ਹੋਵੇ ਜਾਂ ਪਿਤਾ ਜੀ ਦੇ ਨਾਲ ਕਿਸੇ ਦਾ ਮਿਲਾਪ ਜਿਨ੍ਹਾਂ ਨੇ ਅੱਜ ਤੁਹਾਨੂੰ ਪੈਰਾਂ 'ਤੇ ਖੜ੍ਹਿਆ ਕਰਨ ਦੇ ਵਿੱਚ ਰੋਲ ਅਦਾ ਕੀਤਾ ਹੋਵੇ? ਮੇਰੇ ਫਾਦਰ ਸਾਹਿਬ ਦਾ ਹੀ ਰੋਲ ਰਿਹਾ ਜੀ। ਉਹ ਸਵੇਰੇ ਸਾਜਰੇ, ਇੱਕ ਤਾਂ ਮੈਨੂੰ ਨਿੱਕੇ ਹੁੰਦੇ ਤੋਂ ਹੀ, ਛੋਟੇ ਹੁੰਦੇ ਤੋਂ ਹੀ ਇੱਥੇ ਨਾਲ ਹੀ ਸੰਤ ਕੁਟੀਆ ਗੁਰਦੁਆਰਾ ਸਾਹਿਬ ਹੈਗਾ ਬਾਜੀ, ਉਹ ਸਵੇਰੇ ਜਦੋਂ ਟੈਕਸੀ ਚਲਾਉਣ ਉਹਨਾਂ ਨੇ ਜਾਣਾ ਤਾਂ ਮੈਨੂੰ ਖੱਬੇ ਪਾਸੇ ਬਹਾ ਲੈਣਾ ਤੇ ਗੁਰਦੁਆਰਾ ਸਾਹਿਬ ਮੱਥਾ ਟਿਕਾਉਣਾ। ਟੇਕਣ ਤੋਂ ਬਾਅਦ ਫਿਰ ਮੈਂ ਉਹਨਾਂ ਦੇ ਨਾਲ ਵੀ ਕਈ ਵਾਰ ਚਲੇ ਜਾਣਾ, ਕਈ ਵਾਰ ਨਾ ਵੀ ਜਾਣਾ। ਪਰ ਆਹ ਜਿਹੜੀ ਗੁਰੂ ਘਰ ਦੀ ਲਗਨ ਲਾਤੀ ਉਹਨਾਂ ਨੇ ਮੈਨੂੰ, ਮਤਲਬ ਬਚਪਨ ਤੋਂ, ਉਹ ਅੱਜ ਤੱਕ ਵੀ ਉਹ ਬਰਕਰਾਰ ਆ। ਤੇ ਮੈਂ ਸਮਝਦਾ ਮਤਲਬ ਵੀ ਜਿਹੜੇ ਗੁਰੂ ਦੇ ਦਰ ਜਾਣ ਨਾਲ ਹੀ ਇਹ ਸਾਰਾ ਮਾਹੌਲ ਬਦਲੀ ਹੋਇਆ। ਇਹਦੇ 'ਚ ਮੇਰਾ ਜਾਂ ਹੋਰ ਕਿਸੇ ਦਾ ਯੋਗਦਾਨ ਨਹੀਂ, ਉਸ ਮਾਲਕ ਦੀ ਰਹਿਮਤ ਹੋਈ ਆ। ਉਹਦੇ ਰੋਜ਼ ਸਵੇਰੇ ਦਰਸ਼ਨ ਕਰਨਾ, ਉਸ ਦੀ ਚੌਖਟ 'ਤੇ ਮੱਥਾ ਮਸਤਕ ਲਾਉਣ ਨਾਲ ਹੀ ਇਹ ਮੈਨੂੰ ਲੱਗਦਾ ਵੀ ਇਹ ਜਿਹੜੇ ਲਿਖਿਆ ਹੋਇਆ ਵਧੀਆ ਉਖਰ ਕੇ ਸਾਹਮਣੇ ਆ ਗਿਆ। ਮਤਲਬ ਕਹਿੰਦੇ ਨੇ ਕਿਸੇ ਇਨਸਾਨ ਦੇ ਜਦੋਂ ਤੁਸੀਂ ਗੱਲ ਕਰਦੇ ਹੋ ਸਫਲਤਾ ਦੀ, ਤਾਂ ਉਹ ਇਨਸਾਨ ਬਹੁਤ ਸਾਰੀਆਂ ਗੱਲਾਂ ਛੁਪਾ ਜਾਂਦਾ ਹੈ, ਵੀ ਹੰਕਾਰ ਨਾ ਆ ਜੇ, ਮਾਣ ਨਾ ਮਹਿਸੂਸ ਹੋਵੇ,
ਜਾਂ ਵੀ ਲੋਕ ਨਾ ਉਹ ਕਰਨ। ਇਸ ਕਰਕੇ ਅਸੀਂ ਗੁਰਦੀਪ ਬਾਈ ਜੀ ਨੂੰ ਵੀ ਨਾਲ ਹੀ ਬਿਠਾਇਆ ਹੋਇਆ ਵੀ ਜੀਤੀ ਬਾਈ ਦੀਆਂ ਜਿਹੜੀਆਂ ਗੱਲਾਂ ਨੇ, ਰਾਜ਼ ਨੇ, ਉਹ ਬਾਈ ਜੀ ਤੁਸੀਂ ਦੱਸੋ ਕਿਵੇਂ ਦੇ ਬਾਈ ਜੀ ਇਨਸਾਨ ਨੇ, ਤੁਹਾਡਾ ਰਾਬਤਾ ਕਿਵੇਂ ਹੁੰਦਾ ਜੀ ਆਪਸ ਦੇ ਵਿੱਚ ਜੀ? ਜੀਤੀ ਬਾਈ ਨੂੰ ਮੈਂ ਜਿੰਨਾ ਕੁ ਜਾਣਦਾ ਗਾ ਵੀ ਬਹੁਤ ਹੀ ਡਾਊਨ ਟੂ ਅਰਥ ਲੋਕ ਬੰਦੇ ਨੇ। ਇਹਨਾਂ ਦੀ ਜਿਹੜੀ ਸੇਵਾ ਭਾਵਨਾ ਹੈਗੀ ਵੀ ਇਹਨਾਂ ਦਾ ਕਹਿਣਾ ਇਹ ਆ ਵੀ ਜੇ ਸੱਜਾ ਹੱਥ ਦਾਨ ਕਰਦਾ ਤਾਂ ਖੱਬੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਉਹ ਨੀਤੀ ਤੇ ਚੱਲਦੇ ਨੇ। ਇਹਨਾਂ ਕਿਵੇਂ ਕਹਿ ਸਕਦੇ ਆਪਾਂ, ਫੋਟੋ ਨਹੀਂ ਖਿਚਾਉਂਦੇ ਇਹ? ਨਹੀਂ ਫੋਟੋ ਦਾਨ ਦਿੰਦੇ ਨਹੀਂ, ਫੋਟੋਆਂ ਵੀ ਨਹੀਂ ਖਿਚਾਉਂਦੇ ਹੈਗੇ। ਜਦੋਂ ਅਸੀਂ ਫੋਟੋਆਂ ਵੀ ਨਹੀਂ ਖਿਚਾਉਂਦੇ ਹੈਗੇ। ਹੋਰ ਵੀ ਬਹੁਤ, ਜਿਵੇਂ ਇਹਨਾਂ ਨੇ ਦੱਸਿਆ ਵੀ ਮੈਂ ਗੁਰੂ ਘਰਾਂ ਦੇ ਕਿਹੜੇ ਸਾਂਝੇ ਕੰਮ 50-60 ਸਾਲਾਂ ਤੋਂ ਰੁਕੇ ਹੋਏ ਸੀਗੇ, ਉਹ ਕਿਵੇਂ ਕਰਾਏ ਨੇ, ਉਹ ਇਹਨਾਂ ਨੇ ਗਾਹਾਂ ਦੱਸਿਆ ਨਹੀਂ ਹੈਗੇ। ਪੂਰੀ ਗੱਲ ਨਹੀਂ ਦੱਸੀ ਹੈਗੀ ਵੀ ਇਹ ਕਿਵੇਂ ਇਹਨਾਂ ਨੇ ਕੀਤਾ, ਕਿਵੇਂ ਸੰਘਰਸ਼ ਕਰਕੇ, ਕਿਵੇਂ ਲੋਕਲ ਦੇ ਉੱਥੇ ਲੋਕਾਂ MLA ਨੂੰ ਫੜ ਕੇ ਉਹਨਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਫਿਰ ਆਪਦੇ ਵਿਸ਼ਵਾਸ 'ਚ ਲੈ ਕਰਕੇ ਜਿਹੜੀਆਂ ਜ਼ਮੀਨਾਂ ਲੋਕੀ ਦੱਬੀ ਬੈਠੇ ਸੀਗੇ ਗੁਰਦੁਆਰਿਆਂ ਦੀਆਂ, ਉਹ ਇਹਨਾਂ ਨੇ ਕਿਵੇਂ ਕਢਾਈਆਂ ਨੇ, ਉਹ ਸਭ ਇਹਨਾਂ ਨੇ ਦੱਸੀਆਂ ਨਹੀਂ ਹੈਗੀਆਂ। ਅਤੇ ਹੋਰ ਉਸ ਤੋਂ ਬਾਅਦ ਤੁਸੀਂ ਦੱਸ ਦਿਓ, ਤੁਹਾਡੇ ਸਾਹਮਣੇ ਹੋਈਆਂ ਹੋਣਗੀਆਂ ਕੁਝ ਗੱਲਾਂ। ਕਈ ਜਗ੍ਹਾਵਾਂ ਹੈਗੀਆਂ ਨੇ, ਜਿਵੇਂ ਹਲਦੀਏ ਆਪਣਾ ਗੁਰਦੁਆਰਾ ਸੀਗਾ, ਉਹ ਨਾਲ ਦੀ ਜਗ੍ਹਾ ਕਿਸੇ ਵੀਰ ਨੇ ਦੱਬ ਲਈ ਸੀਗੀ। ਉੱਥੇ ਇਹ ਜੀਤੀ ਬਾਈ ਹੋਰੀਂ ਗਏ, ਉੱਥੇ ਲੋਕਲ MLA ਨੂੰ ਫੜਿਆ, ਉੱਥੇ ਦੇ SP ਨੂੰ ਗੱਲ ਕੀਤੀ, ਉੱਥੇ ਦੇ ਆਪਣੇ ਮਮਤਾ ਦੀਦੀ ਨਾਲ ਗੱਲ ਕਰਕੇ ਉੱਥੇ ਉਹਨਾਂ ਨੂੰ ਪ੍ਰੈਸ਼ਰ ਪਵਾ ਕੇ ਫਿਰ ਉੱਥੇ ਦੇ ਗੁਰਦੁਆਰੇ ਦੀ ਜਗ੍ਹਾ ਵਾਪਸ ਦਵਾਈ। ਉੱਥੇ ਖੜ੍ਹੇ ਪੈਰ ਰਜਿਸਟਰੀ ਕਰਵਾ ਕੇ ਉਹਨਾਂ ਨੂੰ ਆਪਦੇ ਫੰਡ ਵੀ ਕੋਲੋਂ ਪੈਸੇ ਵੀ ਦੇ ਕਰਕੇ ਉੱਥੇ ਸਾਰਾ ਗੁਰਦੁਆਰੇ ਦੇ ਜਗ੍ਹਾ ਲੈ ਕਰਕੇ ਦੇ ਕਰਕੇ ਉੱਥੇ। ਅਤੇ ਦੂਜੀ ਜਗ੍ਹਾ ਹੈਗੀ ਆਪਣੇ ਬਾਗਮਾਰੀ ਗੁਰਦੁਆਰੇ ਦੀ। ਬਾਗਮਾਰੀ ਗੁਰਦੁਆਰੇ ਦੇ ਕੋਲ ਆਪਣੀ ਸ਼ਹਿਰ ਦੇ ਵਿੱਚ 14 ਬਿੱਗੇ ਥਾਂ ਆ। 14 ਬਿੱਗੇ ਥਾਂ ਸਾਰੇ ਉੱਥੇ ਆਲੇ ਦੁਆਲੇ ਦੇ ਲੋਕਲ ਲੋਕੀ ਦੱਬੀ ਬੈਠੇ ਸੀਗੇ। ਉੱਥੇ ਵੀ ਇਹਨਾਂ ਨੇ ਸੇਮ ਉਹੀ ਰੋਲ ਅਪਣਾਇਆ। ਉੱਥੇ ਦੇ ਲੋਕਲ MLA ਨੂੰ ਫੜ ਕੇ ਕਾਰਤਿਕ ਬੈਨਰਜੀ ਨੂੰ ਕਹਿ ਕਰਕੇ ਉੱਥੇ ਸੋਰਸ ਲਵਾ ਕਰਕੇ ਉੱਥੇ ਮੀਟਿੰਗਾਂ ਕਰਕੇ ਕਈ ਵਾਰੀ ਜਾਂਦੇ ਰਹੇ ਨੇ। ਉੱਥੇ ਵੀ ਇਹਨਾਂ ਨੇ ਇਹੀ ਕੰਮ ਕਰਵਾਇਆ। ਤੀਜਾ ਹੈਗਾ ਗਰਚੇ ਗੁਰਦੁਆਰਾ। ਗਰਚੇ ਗੁਰਦੁਆਰੇ ਦੀ ਵੀ ਕਾਫੀ ਜਗ੍ਹਾ ਗਈ। ਉਹ ਗੁਰਦੁਆਰੇ ਦੇ ਵਿੱਚ ਪਹਿਲੀਆਂ ਦੇ ਵਿੱਚ ਜਿਹੜੇ ਆਪਣੇ ਸੀਗੇ ਆਗੂ, ਉਹਨਾਂ ਨੇ ਸਾਰੀ ਜਗ੍ਹਾ ਹੀ ਪਹਾੜੇ 'ਤੇ ਚੜ੍ਹਾਤੀ ਸੀਗੀਆਂ। ਛੋਟੇ ਗਰਾਜ ਜਿਹੇ ਬਣਾ ਕਰਕੇ ਸਾਰਿਆਂ ਨੂੰ ਪਹਾੜੇ 'ਤੇ ਉਹ ਹੁਣ ਕੋਈ ਛੱਡ ਨਹੀਂ ਸੀ ਰਿਹਾ, ਨਾ ਹੀ ਕੋਈ ਪਹਾੜਾ ਦੇ ਰਿਹਾ ਸੀਗਾ। ਤੋ ਉਸ ਜਗ੍ਹਾ ਦੇ ਵਿੱਚ ਇਹਨਾਂ ਨੇ ਮੈਨੇ ਵੀ ਇੱਕ ਹਫ਼ਤੇ ਦੇ ਵਿੱਚ ਇਹਨਾਂ ਨੇ 70-80 ਲੱਖ ਰੁਪਇਆ ਇਕੱਠਾ ਕਰਕੇ ਸਾਰਿਆਂ ਨੂੰ ਮਨਾ ਕਰਕੇ ਸਾਰਿਆਂ ਨੂੰ ਉਹਨਾਂ ਨੇ ਪੈਸੇ ਵੰਡ ਕੇ ਪੂਰੀ ਜਗ੍ਹਾ ਖਾਲੀ ਕਰਵਾਈ। ਹਾਂਜੀ। ਅਤੇ ਉਹ ਤੁਸੀਂ ਨਿਰਮਲ ਕੁਟੀਆ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਕੰਮ ਰੋਕਣ ਵਾਲੀ ਵੀ ਘਟਨਾ ਦੱਸੀ ਸੀ, ਉਹ ਵੀ ਕੀ ਹੋਇਆ ਜੀ? ਉਹ ਸੰਤ ਕੁਟੀਆ ਗੁਰਦੁਆਰਾ ਜਿੱਥੋਂ ਦੇ ਆਪਾਂ ਲੰਘ ਕੇ ਆਏਂਗੇ, ਉਹ ਉਸ ਗੁਰਦੁਆਰੇ ਜਦੋਂ ਜਿੰਨਾ ਫੰਡ ਸੀਗਾ ਉਹਨਾਂ ਨੇ ਵਿਚਾਰਿਆਂ ਨੇ ਲਾ ਲਿਆ, ਇਕੱਠਾ ਜਿੰਨਾ ਕੁ ਹੋਇਆ ਉਹਨਾਂ ਨੇ ਕਰਕੇ ਆਪਦਾ ਲਾ ਲਿਆ। ਕੁਛ ਕੰਮ ਸਲੋਅ ਚੱਲ ਰਿਹਾ ਸੀ ਤਾਂ ਬਾਈ ਜੀ ਨੇ ਜਾ ਕੇ ਪੁੱਛਿਆ ਵੀ ਕੀ ਕੰਮ ਸਲੋਅ ਚੱਲ ਰਿਹਾ, ਕੀ ਕੋਈ ਤਕਲੀਫ ਆ, ਪ੍ਰੋਬਲਮ ਆ? ਉਹਨਾਂ ਨੇ ਦੱਸਿਆ ਵੀ ਫੰਡ ਦੀ ਪ੍ਰੋਬਲਮ ਆ ਗਈ। ਤਾਂ ਇਹਨਾਂ ਨੇ ਆ ਕਰਕੇ ਮੇਰੇ ਪਿਤਾ ਜੀ ਨਾਲ, ਚੇਤਨ ਸਿੰਘ ਨਾਲ ਗੱਲਬਾਤ ਕੀਤੀ। ਕਰਨ ਤੋਂ ਬਾਅਦ ਇਹਨਾਂ ਨੇ ਫਿਰ ਆਪ ਪਹਿਲਾਂ ਆਪਦੀ ਜੇਬ 'ਚ 15 ਲੱਖ ਰੁਪਇਆ ਪਾ ਕੇ ਨਾਲ ਲੈ ਕੇ ਗਏ, ਜਾ ਕੇ ਉਹਨਾਂ ਨੂੰ ਦਿੱਤਾ ਵੀ ਆਹ ਪੈਸੇ ਫੜੋ, ਕੰਮ ਸ਼ੁਰੂ ਕਰੋ ਅਤੇ ਬਾਕੀ ਦੇ ਅਸੀਂ ਇਕੱਠੇ ਕਰਦੇ ਹਾਂ। ਇਹਨਾਂ ਨੇ ਫਿਰ ਪਿਤਾ ਜੀ ਨੂੰ ਨਾਲ ਲੈ ਕਰਕੇ ਹੋਰ 2-3 ਜਾਣੇ ਜਿਹੜੇ ਸੂਝਵਾਨ ਸੱਜਣ ਕਲਕੱਤੇ ਦੇ ਹੈਗੇ ਉਹਨਾਂ ਨੂੰ ਨਾਲ ਲੈ ਕੇ ਨਿਕਲੇ। ਉੱਥੇ ਲਈ ਵੀ ਇਹਨਾਂ ਨੇ ਕਾਫੀ ਫੰਡ 70-80 ਲੱਖ ਰੁਪਈਆ ਇਹਨਾਂ ਨੇ ਇਕੱਠਾ ਕਰਕੇ ਉੱਥੇ ਗੁਰਦੁਆਰੇ ਨੂੰ ਦਿੱਤਾ ਅਤੇ ਉਹ ਗੁਰਦੁਆਰਾ ਨੇਪੜੇ ਚੜ੍ਹਵਾਇਆ। ਇਹ ਇਹਨਾਂ ਦੇ ਜਿਵੇਂ ਕਹਿੰਦੇ ਨੇ ਵੀ ਗਿਣਾਏ ਨਹੀਂ ਜਾ ਸਕਦੇ ਇੰਨੇ ਇਹਨਾਂ ਦੇ ਕੰਮ ਨੇਗੇ। ਇਹਨਾਂ 'ਚੋਂ ਇਹ 4-5 ਉਦਾਹਰਨ ਨੇ ਮੋਟੇ। ਬਾਕੀ ਕੰਮ ਤਾਂ ਰੋਜ਼ ਹੀ ਕਰਦੇ ਰਹਿੰਦੇ ਨੇ, ਸਮਾਜ ਦੇ ਸੇਵਾ ਦੇ ਕੰਮ ਰੋਜ਼ ਕਰਦੇ ਰਹਿੰਦੇ ਆ। ਕੋਈ ਵੀ ਆਰਥਿਕ ਤੌਰ ਤੋਂ ਕੋਈ ਕਮਜ਼ੋਰ ਆ ਸਿੱਖ ਭਾਈ ਕੋਈ ਆਉਂਦਾ ਇਹਨੇ ਦਰ 'ਤੇ ਤਾਂ ਮੇਰੇ ਹਿਸਾਬ ਨਾਲ ਤਾਂ ਕੋਈ ਖਾਲੀ ਜਾਂਦਾ ਨਹੀਂ ਹੈਗਾ। ਕਿਸੇ ਦੇ ਬੱਚੇ ਨੂੰ ਪੜ੍ਹਾਉਣਾ, ਕਿਸੇ ਦੀਆਂ ਫੀਸਾਂ ਦੇਣੀਆਂ ਜਾਂ ਕਿਸੇ ਨੂੰ ਬਾਹਰ ਭੇਜਣਾ ਗਾ, ਮੋਟੀ ਰਕਮ ਵੀ ਇਹਨਾਂ ਨੇ ਦੇ ਕਰਕੇ ਭੁੱਲੇ ਹੋਏ ਨੇ ਵੀ ਆਹ ਰਕਮ ਲਓ, ਆਪਦਾ ਬੱਚੇ ਨੂੰ ਬਾਹਰ ਭੇਜੋ ਅਤੇ ਆਪਦਾ ਗੁਜ਼ਾਰਾ ਕਰੋ। ਇਹ ਇਹਨਾਂ ਦੀ ਮੈਨੇ ਵੀ ਮੂੰਹ 'ਤੇ ਤਾਂ ਕਹਿੰਦੇ ਨੇ ਬੜਾਈ ਨਹੀਂ ਕਰਨੀ ਚਾਹੀਦੀ, ਪਰ ਤੁਸੀਂ ਸਵਾਲ ਪੁੱਛਿਆ ਕਰਕੇ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਆਹ 1 ਸਾਲ ਹੋ ਗਿਆ ਵੀ ਪਿਛਲੇ ਲਾਕਡਾਊਨ 'ਚ ਜਦੋਂ ਕਰੋਨਾ ਹੋਇਆ ਸੀ। ਹਾਂ, ਮੈਂ ਉਹੀ ਉਸ ਗੱਲ 'ਤੇ ਆ ਰਿਹਾ ਸੀਗਾ। ਮੈਂ ਵੀ ਪਿਛਲੀ ਮਾਰਚ ਤੋਂ ਲੈ ਕੇ ਆਹ ਮਾਰਚ ਆ ਗਈ 1 ਸਾਲ ਹੋ ਗਿਆ। ਇੱਥੇ ਜਿਹੜਾ ਆਹ ਸ਼ਹੀਦ ਭਗਤ ਸਿੰਘ ਆਪਣਾ ਉਰੇ ਨੇਤਾ ਜੀ ਭਗਤ ਸਿੰਘ ਕਲੱਬ ਆ ਉਰੇ, ਇੱਥੋਂ ਅਸੀਂ ਰਸੀਦਾਂ ਲੈ ਕੇ ਨਿਕਲਦੇ ਸੀ। ਹਰ ਇੱਕ ਇਲਾਕੇ ਦੇ ਵਿੱਚ ਜਿਹੜੇ ਲਾਕਡਾਊਨ ਦੇ ਵਿੱਚ 2 ਮਹੀਨੇ
ਬੰਦਿਆਂ ਦੀਆਂ ਗਰੀਬ ਜਿਹੜੇ ਟੈਕਸੀ ਡਰਾਈਵਰ ਸੀ, ਟੈਕਸੀਆਂ ਚਲਾਉਂਦੇ ਸੀਗੇ ਜਾਂ ਫਿਰ ਛੋਟੇ, ਤਾਂ ਅਸੀਂ ਦੇਖਿਆ ਨਹੀਂ ਹੈਗਾ ਵੀ ਪੰਜਾਬੀ ਆ ਜਾਂ ਹਿੰਦੂ ਆ ਜਾਂ ਮੁਸਲਮਾਨ ਆ। ਅਸੀਂ ਹਰ ਇੱਕ ਦੇ ਘਰੇ ਜਾ ਕੇ ਜਿਹੜੇ ਆਰਥਿਕ ਤੌਰ ਤੋਂ ਕਮਜ਼ੋਰ ਸੀਗੇ, ਜਿੱਥੇ ਸਾਨੂੰ ਪਤਾ ਲੱਗਦਾ ਰਿਹਾ, ਫੋਨ ਆਉਂਦੇ ਰਹੇ। ਇਹਨਾਂ ਨੇ ਇੱਥੋਂ ਰਸੀਦਾਂ ਭੇਜਣਾ, ਜਿਵੇਂ ਇਹਨਾਂ ਨੇ ਕਹਿੰਦੇ ਵੀ ਜਿਹੜਾ ਸਵੀਗੀ ਦਾ ਜਿਹੜਾ ਜੋਮੈਟੋ ਦਾ ਜਿਹੜਾ ਬੋਏ ਆ, ਉਹ ਜਦੋਂ ਤੱਕ ਪਹੁੰਚਦਾ ਸੀ ਉਦੋਂ ਪਹਿਲਾਂ ਇਹ ਜਾ ਕੇ ਰਸੀਦਾਂ ਉਹਨਾਂ ਦੇ ਘਰੇ ਪਹੁੰਚ ਜਾਂਦਾ ਸੀਗਾ। ਇੰਨੀ ਫਾਸਟ ਸਰਵਿਸ ਅਸੀਂ ਦਿੱਤੀ ਆ ਉਰੋਂ। ਅਤੇ ਵੀਰ ਜੀ ਉਹਨਾਂ ਨੇ ਆਪਦੇ ਕੋਲੋਂ ਕਾਫੀ ਫੰਡ ਲਗਾਇਆ, ਬਾਕੀ ਹੋਰ ਵੀ ਸਮਾਜ ਤੋਂ ਪੈਸੇ ਜਿਹੜੇ ਵੀ ਦਿੰਦੇ ਸੀਗੇ ਲੈ ਲੈਂਦੇ ਸੀਗੇ। ਕਿਸੇ ਕੋਲੇ ਚੰਦਾ ਨਹੀਂ ਇਕੱਠਾ ਕੀਤਾ, ਕਿਸੇ ਕੋਲੇ ਜਾ ਕੇ ਨਹੀਂ ਮੰਗਿਆ ਹੈਗਾ ਇਹਨਾਂ ਨੇ ਉਰੇ। ਹੁਣ ਤੱਕ ਲੋਕਡਾਊਨ ਦੇ ਵਿੱਚ ਅਸੀਂ ਰਿਪੀਟ ਵੀ ਕੀਤਾ। ਇੱਕ ਵਾਰ ਪਹਿਲੇ ਮਹੀਨੇ ਸਾਰਿਆਂ ਨੂੰ ਰਾਸ਼ਨ ਦੇ ਕਰਕੇ 40 45 ਕਿਲੋ ਦੇ ਰਾਸ਼ਨ ਦੇ ਪੈਕਟ ਬਣਾ ਕਰਕੇ, ਟੂਥਬਰਸ਼ ਤੋਂ ਲੈ ਕਰਕੇ ਆਟਾ, ਚਾਵਲ, ਦਾਲ, ਚੀਨੀ, ਚਾਹ ਪੱਤੀ, ਸਾਬਣਾਂ ਤੱਕ ਵੀ ਅਸੀਂ ਰਸੀਦੇ ਦੇ ਵਿੱਚ ਪਾ ਕੇ ਇਕੱਠੇ ਕਰਕੇ ਇੱਥੋਂ ਬਾਈ ਜੀ ਹੋਰਾਂ ਨੇ ਦਿੰਦੇ ਰਹੇ ਨੇ। ਅਤੇ ਉਹ ਰਿਪੀਟ ਵੀ ਕੀਤਾ। ਅਗਲੇ ਮਹੀਨੇ ਫਿਰ ਅਸੀਂ ਰਿਪੀਟ ਕੀਤਾ, 2 ਮਹੀਨੇ ਰਿਪੀਟ ਕਰਦੇ ਰਹੇ। ਉਸ ਤੋਂ ਬਾਅਦ ਹੁਣ ਵੀ ਇਹਨਾਂ ਨੇ ਘੱਟੋ ਘੱਟ 25-30 ਪਰਿਵਾਰ ਇਹੀ ਜਿਹੇ ਨੇ, ਇਹਨਾਂ ਨੂੰ ਇਹ ਮੰਥਲੀ ਇਹਨਾਂ ਦਾ ਬੰਨਿਆ ਹੋਇਆ ਗਾ 1500, 2000, 2500 ਰੁਪਈਆ ਹਰ ਮਹੀਨੇ ਉਰੋਂ 12 ਤਰੀਕ ਨੂੰ ਇਹਨਾਂ ਦੇ ਬੈਂਕ 'ਚੋਂ ਉਹਨਾਂ ਦੇ ਬੈਂਕ 'ਚ ਟਰਾਂਸਫਰ ਹੋ ਜਾਂਦੇ ਆ ਪੈਸੇ। ਜਿਹੜੇ ਆਰਥਿਕ ਤੌਰ 'ਤੇ ਜਾਂ ਕਿਸੇ ਗਰੀਬ ਨੇ ਨਹੀਂ ਇਹ ਕਰ, ਕੋਈ ਅਪਾਹਿਜ ਨੇ, ਤਾਂ ਉਹੀ ਜਿਹੇ ਜਿਹੜੇ ਪਰਿਵਾਰ ਨੇਗੇ ਉਹਨਾਂ ਦੀ ਇਹ ਮਦਦ ਇਸ ਤਰ੍ਹਾਂ ਕਰਦੇ ਨੇ। ਇਹ ਹੁਣ ਆਪਦੇ ਮੂੰਹ ਤੋਂ ਤਾਂ ਦੱਸ ਨਹੀਂ ਸਕਦੇ ਹੈਗੇ, ਦੱਸਦੇ ਨਹੀਂ ਹੈਗੇ ਵੀ ਫਿਰ ਜਿਹੜੀ ਕੇਂਦਰ ਦੀ ਸਰਕਾਰ ਵਿਗਾੜੀ ਹੋਈ ਆ, ਇਹ ਭਾਜੀ ਹੋਰਾਂ ਵਰਗੇ ਬੰਦੇ ਨੇ ਵਿਗਾੜੀ ਹੋਈ ਮੇਰੇ ਖਿਆਲ। ਉਹਨਾਂ ਨੂੰ ਪਤਾ ਵੀ ਇਹਨਾਂ ਨੇ ਹੀ ਕਰੀ ਜਾਣਾ, ਆਪਾਂ ਕੀ ਕਰਨਾ। ਦੇਖੋ ਜੀ, ਕੇਂਦਰ ਦੀ ਸਰਕਾਰ ਨੇ ਜੋ ਕਰਨਾ ਉਹ ਤਾਂ ਤੁਹਾਨੂੰ ਮੂਹਰੇ ਦੇਖ ਹੀ ਰਿਹਾ ਹੈਗਾ ਵੀ ਲੋਕਡਾਊਨ ਦੇ ਵਿੱਚ ਉਹਨਾਂ ਨੇ ਕੀ ਕੀਤਾ। ਉਹਨਾਂ ਨੇ ਨੌਕਰੀਆਂ ਦੇਣ ਦੀ ਬਜਾਏ ਨੌਕਰੀਆਂ ਖਤਮ ਕੀਤੀਆਂ ਨੇ। 2000 ਕਰੋੜ ਕਿੰਨੀਆਂ ਦੇਣ ਦੀ ਗੱਲ ਸੀਗੀ, ਉਹਨਾਂ ਨੇ 1200 ਕਰੋੜ ਨੌਕਰੀਆਂ ਉਲਟਾ ਖਤਮ ਕਰਤੀਆਂ ਲੋਕਡਾਊਨ ਦੇ ਵਿੱਚ। ਕਿਸੇ ਨੂੰ ਕੋਈ ਰਾਹਤ ਨਹੀਂ ਦਿੱਤਾ ਹੈਗਾ। PM ਦੇ ਫੰਡ ਦੇ ਵਿੱਚ ਪੈਸੇ ਮੰਗਾਏ ਗਏ ਨੇ। ਉਹ ਕਹਿੰਦੇ ਪੁੱਛੋ ਨਾ, ਮੈਨੇ ਹਿਸਾਬ ਨਾ ਪੁੱਛੋ ਸਾਤੋਂ ਭਾਈ ਕਿੱਥੇ ਖਰਚਾ ਕਰ ਦਿਆਂਗੇ। ਕਿਸੇ ਗਰੀਬ ਨੂੰ 1 ਰੁਪਇਆ ਨਹੀਂ ਦਿੱਤਾ ਹੈਗਾ। ਮੈਂ ਜਿੱਥੇ ਹਵਾਈ ਜਹਾਜ਼ 'ਚ ਚੜਾਉਣ ਦੇ ਕਹਿੰਦੇ ਹਵਾਈ ਜਹਾਜ਼ ਤੋਂ ਚੱਪਲਾਂ 'ਤੇ ਲੈ ਆਏ। ਇਹ ਬਿਲਕੁਲ ਸਹੀ ਗੱਲ ਹੈ ਭਾਜੀ। ਤੁਹਾਨੂੰ ਨਹੀਂ ਲੱਗਦਾ ਵੀ ਸਰਕਾਰਾਂ ਦਾ ਰਾਹ ਪੱਧਰਾ ਜਾਂ ਸਰਕਾਰਾਂ ਨੂੰ ਹੋਰ ਸੌਖਾ ਤੁਹਾਡੇ ਵਰਗੇ ਲੋਕ ਵੀ ਕਰ ਰਹੇ ਨੇ? ਠੀਕ ਹੈ, ਤੁਹਾਡੀ ਭਾਵਨਾ ਵੀ ਹੈ, ਪਰ ਤੁਹਾਡਾ ਨਜਾਇਜ਼ ਫਾਇਦਾ ਉਠਾ ਰਹੀਆਂ ਨੇ ਸਰਕਾਰਾਂ ਜੀ ਵੀ ਆਪੇ ਕਰ ਦੇਣਗੇ ਜੀਤੀ ਬਾਈ ਵਰਗੇ ਬੰਦੇ। ਫਿਰ ਸੇਵਾ ਨਹੀਂ ਹੁੰਦੀ। ਜੇ ਸਰਕਾਰਾਂ 'ਤੇ ਆਪਾਂ ਉਮੀਦ ਰੱਖ ਕੇ ਬੈਠ ਜਾਈਏ, ਸਰਕਾਰਾਂ ਦੇ ਆਪਦੇ ਰੁਝੇਵੇਂ ਆ, ਆਪਦਾ ਉਹਨਾਂ ਦਾ ਮਤਲਬ ਪਾਰਟੀਆਂ ਦਾ ਫੰਡ ਇਕੱਠਾ ਕਰਨਾ ਹੁੰਦਾ ਇਲੈਕਸ਼ਨਾਂ ਵਾਸਤੇ, ਅਤੇ ਉਹ ਨਹੀਂ ਪਹੁੰਚਦੀਆਂ। ਫਿਰ ਜਿੰਨੀ ਕਿ ਗੁਰੂ ਨਾਨਕ ਸਾਹਿਬ ਸਾਥੋਂ ਸੇਵਾ, ਇੱਕ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਦਾ ਵੀ ਇੱਕ ਇੱਥੋਂ ਬੈਂਡਲ ਥਾਂ ਆ, ਉੱਥੇ 100 ਕੁ ਪਰਿਵਾਰ ਵੱਸਦਾ ਵਾ, ਜਿਸ 'ਚੋਂ 25-30 ਪਰਿਵਾਰ ਭਾਠੜੇ ਸਿੱਖਾਂ ਦੇ ਵੀ ਉੱਥੇ ਹੈਗੇ ਆ। ਉੱਥੇ 100 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਸੀਗਾ। ਮੈਂ ਚੇਤਨ ਬਾਈ ਅਤੇ ਹੋਰ ਸੰਗਤ ਅਸੀਂ ਬੈਂਡਲ ਗੁਰਦੁਆਰਾ ਸਾਹਿਬ ਉੱਥੇ ਜਦੋਂ ਰਾਸ਼ਨ ਲੈ ਕੇ ਗਏ ਆ, ਅਤੇ ਉੱਥੇ ਪਤਾ ਲੱਗਿਆ ਵੀ ਇੱਕ ਗੁਰਦੁਆਰਾ ਸਾਹਿਬ ਦੀ 100 ਸਾਲ ਪੁਰਾਣੀ ਇਮਾਰਤ ਆ। ਜਦੋਂ ਅਸੀਂ ਜਾ ਕੇ ਦੇਖਿਆ, ਇਮਾਰਤ ਦੀ ਹਾਲਤ ਬੜੀ ਖਸਤਾ ਸੀਗੀ। ਅਤੇ ਚਲੋ ਅਸੀਂ ਸਲਾਹ ਆਪਸ ਵਿੱਚ, ਮੈਂ ਅਤੇ ਚੇਤਨ ਬਾਈ ਨੇ ਅਸੀਂ ਸਲਾਹ ਕੀਤੀ। ਮੈਂ ਕਿਹਾ ਵੀ ਕੀ ਕਰੀਏ, ਰਿਪੇਅਰ ਕਰ ਦਈਏ? ਤਾਂ ਚੇਤਨ ਬਾਈ ਕਹਿੰਦਾ ਰਿਪੇਅਰ ਦੇ ਚੱਕਰ 'ਚ ਕਾਹਨੂੰ ਪੈਣਾ ਵਾ, ਹੁਣ ਇਹਨੂੰ ਨਵੀਂ ਹੀ ਬਣਾਉਣ ਦੀ ਕੋਸ਼ਿਸ਼ ਕਰੋ। ਅਤੇ ਚਲੋ ਉੱਥੇ ਹੀ ਅਸੀਂ ਸੇਵਾ ਲੈ ਲਈ, ਅਤੇ ਗੁਰੂ ਨਾਨਕ ਸਾਹਿਬ ਨੇ ਉਹ ਸਿਰੇ ਵੀ ਚੜ੍ਹਾਤੀ। ਮਤਲਬ ਅਸੀਂ ਇਹ ਖੁਸ਼ ਹੋਏ, ਮਤਲਬ ਇੰਨਾ ਜ਼ਿਆਦਾ ਖੁਸ਼ ਹੋਏ ਵੀ ਲੈ ਕੇ ਤਾਂ ਅਸੀਂ ਮਤਲਬ ਕਰੋਨਾ ਵਾਸਤੇ ਰਸੀਦਾਂ ਪਹੁੰਚੇ ਸੀ, ਅਤੇ ਗੁਰੂ ਨਾਨਕ ਸਾਹਿਬ ਨੇ ਆਪ ਦੇ ਥਾਂ ਦੀ ਸਾਥੋਂ ਸੇਵਾ ਲੈ ਲਈ। ਹਾਲਾਂਕਿ ਉਹ 5-7 ਸਾਲ ਦੇ ਬੜੇ ਗੁਰੂ ਘਰਾਂ 'ਚ ਉਹ ਬੈਂਡਲ ਦੇ ਸਿੱਖ ਫਿਰਦੇ ਰਹੇ ਬਈ ਸਾਡੇ ਉੱਥੇ ਗੁਰੂ ਘਰ ਬਣਨ ਵਾਲਾ ਵਾ, ਤੁਸੀਂ ਆ ਜਾਓ, ਬਣਾ ਦਿਓ, ਕਰ ਦਿਓ। ਪਰ ਗੁਰੂ ਨਾਨਕ ਸਾਹਿਬ ਨੇ ਸੇਵਾ ਸਾਥੋਂ ਲੈਣੀ ਸੀ ਕਰਕੇ, ਅਤੇ ਹੋਰ ਕੋਈ ਨਹੀਂ ਪਹੁੰਚਿਆ। ਗੁਰੂ ਨਾਨਕ ਸਾਹਿਬ ਨੇ ਸਾਥੋਂ ਸੇਵਾ ਲੈ ਲਈ। ਅੱਜ ਉਹ ਗੁਰਦੁਆਰਾ ਸਾਹਿਬ ਮੁਕੰਮਲ ਆ, ਅਤੇ ਹੁਣ ਸਿਰਫ ਫਿਨਿਸ਼ਿੰਗ ਦਾ ਕੰਮ ਚੱਲ ਰਿਹਾ ਵਾ।
ਉਮੀਦ ਆ ਰੱਬ ਸੁੱਖ ਰੱਖੇ, ਹੋਰ ਮਹੀਨੇ 2 ਮਹੀਨੇ 'ਚ ਉਹ ਵੀ ਕੰਪਲੀਟ ਹੋ ਜੂ। ਸਾਨੂੰ ਡਰ ਇਹ ਸੀ ਵੀ ਜਿਹੜੇ 25-30 ਭਾਠੜੇ ਸਿੱਖ ਪਰਿਵਾਰ ਆ ਨਾ, ਨਾਲ ਮੰਦਰ ਆ, ਵੀ ਕਿਤੇ ਜੇ ਗੁਰੂ ਘਰ ਨਾ ਬਣਿਆ, ਗੁਰੂ ਘਰ ਨਾ ਰਿਹਾ, ਕਿਤੇ ਉਹ ਮੰਦਰ 'ਚ ਸੈਪਟ ਨਾ ਹੋ ਜਾਣ। ਤੇ ਇਹ ਇੱਕ ਬਹੁਤ ਮਤਲਬ ਡਰ ਸੀਗਾ। ਤੇ ਉਹ ਭਾਠੜੇ ਸਿੱਖ ਇੰਨੇ ਖੁਸ਼ ਆ ਸਾਨੂੰ ਗਿਆ ਨੂੰ ਹੀ ਚੱਕ ਲੈਂਦੇ ਆ। ਮਤਲਬ ਉਹ ਵੈਸੇ ਤਾਂ ਜਿਹੜੇ ਸਾਡੀ ਇੱਕ ਮਾਨਸਿਕਤਾ ਹੋ ਗਈ ਆ ਵੀ ਅਸੀਂ ਕਿਸੇ ਧਾਰਮਿਕ ਬੰਦੇ ਦਾ ਅੰਦਾਜ਼ਾ ਉਸਦੀ ਦਿੱਖ ਤੋਂ ਲਗਾ ਲੈਂਦੇ ਹਾਂ, ਤੇ ਤੁਹਾਨੂੰ ਅਸੀਂ ਗੱਲ ਕਿਹਦੀ ਕਰਦੇ ਹਾਂ ਉਸ ਤਰ੍ਹਾਂ ਦੀ ਦਿੱਖ ਵੀ ਨਹੀਂ, ਪਰ ਤੁਹਾਡਾ ਮੋਹ ਪਿਆਰ ਇੰਨਾ ਕਿਉਂ ਜੀ ਸਿੱਖੀ ਲਈ? ਮੇਰੀ ਬਾਹਰੋਂ ਸਿੱਖੀ ਹੈ ਨਹੀਂ, ਪਰ ਮੇਰੀ ਅੰਦਰ ਸਿੱਖੀ ਗੁਰੂ ਨਾਨਕ ਸਾਹਿਬ ਨੇ ਮੈਨੂੰ ਪੂਰੀ ਬਖਸ਼ੀ ਹੋਈ ਆ। ਬਾਹਰ ਤੁਹਾਨੂੰ ਦਾੜੀਆਂ ਮੁੱਛ ਨਹੀਂ ਦਿਖਦੇ, ਤੇ ਪਰ ਅੰਦਰ ਹੈਗੇ ਆ, ਅੰਦਰ ਪੂਰੇ ਆ। ਤੇ ਗੁਰੂ ਨੇ ਕਿਤੋਂ ਸੇਵਾ ਲੈ ਲੈਣੀ ਪਤਾ ਨਹੀਂ, ਗੁਰੂ ਨਾਨਕ ਸਾਹਿਬ ਰਹਿਮਤ ਕਰਨਗੇ ਜਿੱਦਣ ਅੰਦਰ ਵਾਲਾ ਸਰੂਪ ਤੇ ਬਾਹਰ ਵਾਲਾ ਸਰੂਪ ਇਕੱਠਾ ਕਰ ਦੇਣਗੇ। ਹਜੇ ਮੇਰੇ 'ਚ ਬਹੁਤ ਅੰਦਰ ਕਮੀਆਂ ਹੈਗੀਆਂ ਵਾ, ਮੈਂ ਕੋਸ਼ਿਸ਼ ਕਰਦਾ ਗੁਰੂ ਨਾਨਕ ਸਾਹਿਬ ਮੇਰੀਆਂ ਉਹ ਕਮੀਆਂ ਦੂਰ ਕਰ ਦੇਣ, ਫਿਰ ਮੈਂ ਅੰਦਰ ਤੇ ਮੇਰਾ ਬਾਹਰਲਾ ਸਰੂਪ ਇੱਕੋ ਹੀ ਹੋ ਜਾਵੇ। ਬਾਹਰਲਾ ਸਰੂਪ ਮੇਰਾ ਅੱਡ ਤੇ ਅੰਦਰਲਾ ਸਰੂਪ ਅੱਡ, ਉਹ ਨਹੀਂ ਮੈਂ ਗੁਰੂ ਨਾਨਕ ਸਾਹਿਬ ਤੋਂ ਚਾਹੁੰਦਾ। ਵੀ ਗੁਰੂ ਨਾਨਕ ਸਾਹਿਬ ਜਿੱਦਣ ਮੇਰਾ ਤੂੰ ਅੰਦਰਲਾ ਸਰੂਪ ਪੂਰਾ ਕੰਪਲੀਟ ਕਰਤਾ, ਉਦਣ ਹੀ ਤੂੰ ਮੇਰਾ ਬਾਹਰਲਾ ਸਰੂਪ ਵੀ ਕੰਪਲੀਟ ਕਰਦੀ। ਕਿਤੇ ਡਬਲ ਫੇਸ, ਡਬਲ ਕਰੈਕਟਰ, ਡਬਲ ਰੋਲ ਮੇਰੇ 'ਚ ਨਾ ਹੋਵੇ। ਮਤਲਬ ਆਪਣੇ ਬੈਂਡਲ ਜਿਹੜੇ ਗੁਰਦੁਆਰੇ ਦੀ ਗੱਲ ਕਰ ਰਹੇ ਸੀ ਵੀਰ ਜੀ ਹੋਰੀ, ਉੱਥੇ ਜਦੋਂ ਅਸੀਂ ਗਏ ਤਾਂ ਸਾਨੂੰ ਇੱਕ ਚੀਜ਼ ਦੇਖ ਕੇ ਬਹੁਤ ਹੀ ਅਚੰਭਾ ਹੋਇਆ। ਉਸ ਇਲਾਕੇ ਦਾ ਨਾਂ ਗੁਰੂ ਨਾਨਕ ਦੇਵ ਜੀ 'ਤੇ ਆ, ਉਸ ਗੁਰੂ ਨਾਨਕਪੁਰਾ ਉਸ ਇਲਾਕੇ ਦਾ ਨਾਂ ਆ। ਤੇ ਉਹ ਅਸੀਂ ਕਿਹਾ ਵੀ ਇਹ ਗੁਰੂ ਨਾਨਕਪੁਰਾ ਵੀ ਕਲਕੱਤੇ ਦੇ ਨਾਲ ਲੱਗਦੀ ਜਗ੍ਹਾ ਗਈ, ਇਸ ਇਲਾਕੇ ਦਾ ਨਾਂ ਗੁਰੂ ਨਾਨਕਪੁਰਾ ਗਾ, ਗੁਰੂ ਨਾਨਕ ਦੇਵ ਜੀ 'ਤੇ ਆ। ਤੇ ਸਾਨੂੰ ਹੁਣ ਤਾਈਂ ਪਤਾ ਨਹੀਂ, ਇੰਨੀ ਉਮਰ ਹੋ ਗਈ ਸਾਡੀ ਕਲਕੱਤੇ, ਤੇ ਅਸੀਂ ਬਹੁਤ ਜ਼ਿਆਦਾ ਖੁਸ਼ੀ ਹੋਏ। ਉਸ ਪ੍ਰਭਾਵ ਹੋ ਕਰਕੇ ਹੀ ਵੀਰ ਜੀ ਉਹਨਾਂ ਨੇ ਕਿਹਾ ਵੀ ਇੱਥੇ ਜਿਹੜਾ ਆਪਣਾ ਗੁਰਦੁਆਰਾ ਗਾ ਵੀ ਇਹ ਆਪਾਂ ਨਵਾਂ ਬਣਾਉਣਾ ਹੀ ਬਣਾਉਣਾ ਗਾ। ਉੱਥੇ ਮੈਂ ਦੇਖਿਆ ਕਿਰਾਸਨ ਦੀ ਦੁਕਾਨ ਆ, ਗੁਰੂ ਨਾਨਕਪੁਰਾ ਕਿਰਾਸਨ ਸ਼ਾਪ ਲਿਖਿਆ ਹੋਇਆ। ਜਿਹੜਾ ਉੱਥੇ ਪੋਸਟ ਆਫਿਸ ਆ ਉੱਥੇ ਲਿਖਿਆ ਹੋਇਆ ਗੁਰੂ ਨਾਨਕਪੁਰਾ ਪੋਸਟ ਆਫਿਸ ਲਿਖਿਆ ਹੋਇਆ। ਤਾਂ ਉਹ ਤੋਂ ਸਾਨੂੰ ਇੰਨਾ ਜ਼ਿਆਦਾ ਖੁਸ਼ੀ ਹੋਈ ਵੀ ਇਹ ਸਾਤੋਂ ਇੱਕ ਚੀਜ਼ ਰਹਿ ਕਿਵੇਂ ਗਈ, ਛੁੱਟ ਕਿਵੇਂ ਗਈ ਵੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਇਲਾਕੇ ਦਾ ਨਾਂ ਹੋਵੇ ਤੇ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਆਹ ਹਾਲ ਹੋਵੇ। ਤਾਂ ਉਹ ਦੇਖ ਕੇ ਅਸੀਂ ਵੀਰ ਜੀ ਹੋਰਾਂ ਨੇ ਬੀੜਾ ਚੱਕਿਆ ਵੀ ਇੱਥੇ ਆਪਾਂ ਗੁਰਦੁਆਰਾ ਨਵਾਂ ਬਣਾਉਣਾ ਹੀ ਬਣਾਉਣਾ, ਕੁਛ ਵੀ ਹੋ ਜੇ। ਪਿਤਾ ਜੀ ਦੇ ਨਾਲ ਲੱਗ ਕੇ, ਸਰਦਾਰ ਚੇਤਨ ਸਿੰਘ ਉਹਨਾਂ ਨਾਲ ਲੱਗ ਕੇ ਇਹਨਾਂ ਨੇ ਹਮਲਾ ਮਾਰਿਆ। ਪੂਰੀ ਸੰਗਤ ਉੱਥੇ ਗਏ, ਅਸੀਂ ਘੱਟੋ ਘੱਟ 25-30 ਗੱਡੀਆਂ ਲੈ ਕੇ ਗਏ। ਸੰਗਤ ਨੇ ਉੱਥੇ ਖੜ੍ਹੇ ਪੈਰ ਇਹ 15-20 ਲੱਖ ਰੁਪਇਆ ਅਸੀਂ ਇਕੱਠਾ ਕਰਕੇ ਉੱਥੇ ਉਹਨਾਂ ਨੂੰ ਸੰਗਤ ਨੂੰ ਫੜਾਇਆ ਹੈ। ਵੀਰ ਜੀ ਹੋਰੀ ਵੀ ਆਹ ਲਓ ਤੁਸੀਂ ਗੁਰਦੁਆਰਾ ਸ਼ੁਰੂ ਕਰੋ, ਬਾਕੀ ਜੋ ਹੋਇਆ ਅਸੀਂ ਫਿਰ ਬਾਅਦ 'ਚ ਦੇ ਦਿਆਂਗੇ। ਦੂਜੀ ਗੱਲ ਰਹੀ ਜਿਹੜੀ ਇਹਨਾਂ ਦੀ ਧਾਰਮਿਕ ਭਾਵਨਾ ਦੀ ਗੱਲ ਆ, ਤੁਹਾਨੂੰ ਇਹਨਾਂ ਦੱਸਿਆ ਨਹੀਂ ਹੈਗਾ, ਇਹ ਸਵੇਰੇ ਰੋਜ਼ 2 ਵਜੇ ਉੱਠਦੇ ਆ। 2 ਵਜੇ ਉੱਠ ਕੇ ਨਹਾ ਕੇ ਪਾਠ ਕਰਕੇ ਉਸ ਤੋਂ ਬਾਅਦ ਆਪਦੇ ਕੰਮ 'ਤੇ ਨਿਕਲਦੇ ਹੈਗੇ। ਇਹ ਪਹਿਲਾਂ ਤਾਂ ਮੈਂ 2 ਵਜੇ ਉੱਠਦਾ ਸੀਗਾ, ਬਿਲਕੁਲ ਹੀ ਸਾਜਰੇ ਉੱਠ ਖੜਦਾ ਸੀ, 2-3 ਵਜੇ ਸਿਮਰਨ ਕਰਦਾ ਸੀਗਾ। ਪਰ ਆ ਹੁਣ ਕੁਛ ਚਿਰ ਤੋਂ ਮੇਰੀ ਰਾਤ ਨੂੰ ਟਾਈਮ ਜ਼ਿਆਦਾ ਲੱਗਣ ਕਰਕੇ, ਰਾਜਨੀਤਿਕ ਰੁਝੇਵਿਆਂ 'ਚ ਚੋਣਾਂ ਕਰਕੇ ਵੀ, ਵੈਸੇ ਵੀ ਰਾਜਨੀਤਿਕ 'ਚ ਕੁਛ ਪਾਰਟੀ ਦੀਆਂ ਜ਼ਿੰਮੇਵਾਰੀਆਂ ਜਾਂ ਉਹ ਕਾਰਤਿਕ ਬੈਨਰਜੀ ਨਾਲ ਰਹਿਣ ਕਰਕੇ ਹੁਣ ਰਾਤ ਨੂੰ ਮੈਨੂੰ ਘਰੇ ਆਉਂਦੇ ਨੂੰ ਰਾਤ ਦਾ 1-1:30 ਵੱਜ ਜਾਂਦਾ। ਹੁਣ ਮੈਥੋਂ ਨਹੀਂ ਉੱਠ ਹੁੰਦਾ, ਪਰ ਮੈਂ ਸਵੇਰੇ ਉੱਠ ਕੇ ਸਿਮਰਨ ਜ਼ਰੂਰ ਮੈਥੋਂ ਮਾਲਕ ਘੰਟਾ ਸਵਾ ਘੰਟਾ ਕਰਵਾ ਲੈਂਦਾ ਵਾ। ਇਹ ਮੈਂ ਖੁਸ਼ਕਿਸਮਤ ਆ ਵੀ ਪਰਮਾਤਮਾ ਮੈਥੋਂ ਕਰਵਾ ਲੈਂਦਾ ਵਾ। ਮੇਰੀ ਜ਼ਿੰਦਗੀ ਦੇ ਅਖੀਰ ਤੱਕ ਮੈਥੋਂ ਕਰਵਾਉਂਦਾ ਰਹੇ ਤਾਂ ਘੱਟੋ ਘੱਟ ਜਿਹੜੇ ਮੇਰੇ ਮਾੜੇ ਕਰਮ ਪਿਛਲੇ ਆ ਜਾਂ ਹੋਣ ਵਾਲੇ ਆ, ਇਹ ਘੱਟੋ ਘੱਟ ਧੁਲ ਜਾਣ। ਮੈਂ ਉਸ ਮਾਲਕ ਤੋਂ ਇਹ ਉਮੀਦ ਕਰਦਾ ਵਾਂ ਬਈ ਇਹ ਸਿਮਰਨ ਨਾਲ ਤੂੰ ਅੰਦਰ ਮੇਰਾ ਸਾਫ਼ ਹੋ ਜਾਵੇ ਜੀ। ਤੇ ਮਮਤਾ ਬੈਨਰਜੀ ਦੇ ਪਰਿਵਾਰ ਨਾਲ, ਉਹਨਾਂ ਦੇ ਭਰਾ ਦੇ ਨਾਲ ਤੁਹਾਡੇ ਸੰਬੰਧ, ਇੱਕ ਮਿੱਤਰਤਾ ਕਿਸ ਤਰ੍ਹਾਂ ਬਣੀ? ਇਹ ਤਾਂ ਨਹੀਂ ਹੈ ਵੀ ਰਾਜਨੀਤਿਕ, ਹੁਣ ਮੇਰਾ ਬਿਜ਼ਨਸ ਵੀ ਬਹੁਤ ਵੱਡਾ ਚੱਲ ਰਿਹਾ ਹੈ, ਵੀ ਉਹਨਾਂ ਦੀ ਸਰਕਾਰ ਵੀ ਹੈ, ਵੀ ਆਪਾਂ ਬਿਜ਼ਨਸ ਦੇ ਰਾਜਨੀਤਿਕ ਲਾਹੇ ਵੀ ਲੈਣੇ ਆ ਜੀ, ਇਸ ਤਰ੍ਹਾਂ ਦਾ ਸੀ ਕੁਛ, ਜਾਂ ਕਿਸ ਤਰ੍ਹਾਂ ਹੋਇਆ ਇਹ ਪਿਆਰ? ਮੇਰੇ ਕੋਲ ਇੱਕ ਬਹੁਤ ਛੋਟਾ ਜਿਹਾ ਢਾਬਾ ਸੀਗਾ, ਉਦੋਂ ਨਵਾਂ ਖਰੀਦਿਆ ਸੀਗਾ, ਅਤੇ ਉੱਪਰ ਸਿਰਫ ਖੱਪੜ ਜਿਹੇ ਪਏ ਹੋਏ ਸੀਗੇ, ਅਤੇ ਉਹ ਉੱਥੇ ਆਉਂਦਾ ਹੁੰਦਾ ਸੀਗਾ ਚਾਹ ਪੀਣ ਵਾਸਤੇ। ਅਤੇ ਉੱਥੋਂ ਤੋਂ ਸਾਡੀ ਦੋਸਤੀ ਪੈ ਗਈ। ਅਤੇ ਉਦੋਂ ਉਸ ਪਾਰਟੀ ਕੋਲ ਦੀਦੀ ਇਸ ਲੈਵਲ 'ਚ ਪਹੁੰਚੀ ਵੀ ਨਹੀਂ ਸੀਗੀ। 7 ਸੀਟਾਂ ਸੀਗੀਆਂ ਮਤਲਬ ਪਾਰਲੀਮੈਂਟ ਦੀਆਂ ਦੀਦੀ ਕੋਲ। ਅਤੇ
ਫਿਰ 7 ਸੀਟਾਂ ਸੀ ਤਾਂ ਉਹਨੇ ਬੀਜੇਪੀ ਨਾਲ ਮਤਲਬ ਗਠਬੰਧਨ ਕੀਤਾ ਉਦੋਂ। ਫਿਰ ਉਹਦੀ 1 ਸੀਟ ਰਹਿ ਗਈ, 1 ਰਹਿ ਗਈ। ਫਿਰ ਉਹਦੇ ਨਾਲੋਂ ਬੰਦੇ ਹੌਲੀ ਹੌਲੀ ਟੁੱਟਣੇ ਸ਼ੁਰੂ ਹੋ ਗਏ। 7 ਵੇਲੇ ਜਿਹੜੇ ਬੰਦੇ ਸੀਗੇ ਉਹ 1 ਵੇਲੇ ਰਹੇ ਨਾ, ਵੀ ਇਹਨਾਂ ਦੀ ਪਾਰਟੀ ਦਾ ਗ੍ਰਾਫ ਥੱਲੇ ਨੂੰ ਆ ਗਿਆ। ਤੇ ਮੈਂ ਉਹਦਾ ਤਿਉ ਵਧਾਤਾ, ਮਤਲਬ ਵੱਧ ਕਰਨ ਲੱਗ ਗਿਆ ਵੀ ਇਹਨੂੰ ਇਹ ਨਾ ਮਹਿਸੂਸ ਹੋਵੇ ਵੀ ਜਿਵੇਂ ਬਾਕੀ ਸਾਰੇ ਛੱਡ ਕੇ ਚਲੇ ਗਏ ਤੇ ਵੀ ਮੈਂ ਵੀ ਛੱਡ ਕੇ ਚਲੇ ਜਾਊਂ। ਤੇ ਉਹ ਮੈਂ ਜਦੋਂ ਤਿਉ ਉਹਦਾ ਵਧਾਤਾ, ਉਹ ਵੱਧਦਾ ਇਹ ਇੰਨਾ ਵੱਧ ਜੂਗਾ ਇਹ ਮੈਨੂੰ ਵੀ ਪਤਾ ਨਹੀਂ ਸੀਗਾ। ਅੱਜ ਹੁਣ 18 ਸਾਲ ਹੋ ਗਏ ਸਾਨੂੰ ਇਕੱਠਿਆਂ ਨੂੰ। ਰਾਤ ਵਾਲੀ ਰੋਟੀ ਅਸੀਂ ਇਕੱਠੇ ਖਾਂਦੇ ਹਾਂ, ਰਾਤ ਨੂੰ 10-11 ਵਜੇ 12 ਵਜੇ। ਮੇਰਾ ਖਿਆਲ ਵੀ 17-18 ਸਾਲ ਹੋ ਗਏ ਹੁਣ ਇਕੱਠੇ ਖਾਂਦਿਆਂ ਨੂੰ। ਉਹ ਵੀ ਕੋਸ਼ਿਸ਼ ਰੱਖਦਾ ਵੀ ਬਾਹਰ ਨਾ ਖਾਵਾਂ, ਮੇਰੀ ਵੀ ਕੋਸ਼ਿਸ਼ ਰਹਿੰਦੀ ਆ ਵੀ ਮੈਂ ਰੋਟੀ ਬਾਹਰ ਨਾ ਖਾਵਾਂ। ਅਸੀਂ ਦੋਹੇ ਇਕੱਠੇ ਖਾਂਦੇ ਹਾਂ 17-18 ਸਾਲਾਂ ਤੋਂ। ਬਾਕੀ ਮੈਂ ਉਹਦੇ ਇਲਾਵਾ ਖਾਂਦਾ ਵੀ ਨਹੀਂ, ਉਹ ਵੀ ਨਹੀਂ ਮੇਰੇ ਇਲਾਵਾ ਖਾਂਦਾ। ਮਤਲਬ ਜੇ ਕਿਤੇ ਚਲੋ ਕੋਈ ਮੈਂ ਪਿੰਡ ਕੋਈ ਕੰਮ ਆ ਇਹੋ ਜਿਹਾ ਜ਼ਰੂਰੀ ਪੰਜਾਬ ਮੈਨੂੰ ਜਾਣਾ ਪੈ ਗਿਆ ਜਾਂ ਵੱਖਰੀ ਗੱਲ ਆ ਵੀ ਉਹ ਗੈਪ ਪੈ ਗਿਆ। ਪਰ ਇਕੱਠੇ ਹੁੰਦੇ ਰੋਜ਼ ਸ਼ਾਮ ਨੂੰ, ਦਿਨੇ ਵੀ ਜੇ ਕੋਈ ਪ੍ਰੋਗਰਾਮ ਹੁੰਦਾ ਤਾਂ ਇਕੱਠੇ ਹੁੰਦੇ ਆ। ਸ਼ਾਮ ਨੂੰ 5-6 ਵਜੇ ਤੋਂ ਲੈ ਕੇ ਰਾਤ ਦੇ 12-1 ਵਜੇ ਤੇ ਅਸੀਂ ਇਕੱਠੇ ਰਹਿੰਦੇ ਹਾਂ। ਕੋਈ ਪਾਰਟੀ ਦੇ ਪ੍ਰੋਗਰਾਮ ਹੋਏ, ਕੁਛ ਹੋਰ ਹੋਏ ਜਾਂ ਕਿਤੇ ਜਾਣਾ ਆਉਣਾ ਹੋਇਆ, ਇਹ ਇਕੱਠੇ ਹੁੰਦੇ ਆ। ਇੱਥੇ ਢਾਬੇ ਹੀ ਰੋਟੀ ਅਸੀਂ ਗੱਡੀ 'ਚ ਬਹਿ ਕੇ ਹੀ ਖਾਈ ਦੀ ਆ ਰੋਟੀ, ਤੇ ਰੋਜ਼ ਖਾਈ ਦੀ ਆ। ਦੋਸਤੀ ਨਿਭਾਉਣ ਦੇ ਲਈ ਪਾਰਟੀ ਦੇ ਕੰਮ ਕਰਦੇ ਹੋ ਜਾਂ ਪਾਰਟੀ ਦੇ ਵਿੱਚ ਕੁਝ ਅਜਿਹਾ ਹੈ ਵੀ ਕਰਨਾ ਚਾਹੀਦਾ ਇਹਦੇ ਲਈ? ਉਹਦੇ 'ਚ ਜਿਹੜਾ ਇਕੱਠੇ ਰਹਿਣ ਦਾ ਇਹ ਇੱਕ ਫਾਇਦਾ ਹੈਗਾ ਵਾ। ਜਿਵੇਂ ਮੇਰਾ ਫੋਨ ਤਾਂ ਰਾਤ ਦੇ 11-12 ਵਜੇ ਇੱਥੇ ਖੁੱਲ੍ਹਾ ਰਹਿੰਦਾ। ਆਪਣੇ ਟਰਾਂਸਪੋਰਟ ਰਿਲੇਟਡ ਆਪਣੇ ਬੰਦਿਆਂ ਦੇ ਕੰਮ ਹੈਗੇ ਆ, ਸਮਾਜ ਦੇ ਕੰਮ ਆ। ਹੁਣ ਮੈਂ ਉਹਦੇ ਨਾਲ ਰਹਿੰਦਾ ਕਰਕੇ ਇਹ ਇੱਕ ਬਹੁਤ ਵੱਡਾ ਪਲੱਸ ਪੁਆਇੰਟ ਹੈਗਾ ਵਾ ਵੀ ਜੇ ਮੰਨ ਲਓ ਕਿਸੇ ਦਾ ਫੋਨ ਆ ਗਿਆ ਵੀ ਮੇਰੀ ਗੱਡੀ ਐਕਸੀਡੈਂਟ ਹੋ ਗਈ ਜਾਂ ਮੇਰੀ ਗੱਡੀ ਫਲਾਣੇ ਬੰਗਾਲ 'ਚ ਫਲਾਨੀ ਜਗ੍ਹਾ ਫੜੀ ਗਈ, ਤੇ ਮੈਂ ਉਹਨੂੰ ਕਹਿਣਾ ਵੀ ਇਹ ਥਾਣੇ ਦਾ ਨੰਬਰ ਭੇਜੋ, SHO ਦਾ ਨੰਬਰ ਭੇਜੋ, ਅਫੀਸਰ ਦਾ ਭੇਜੋ, ਤੇ ਮੈਂ ਉੱਥੋਂ ਹੀ ਫੜ ਕੇ ਉਹਨੂੰ ਫੜਾ ਦਿੰਦਾ ਵਾਂ ਵੀ ਇਹਨੂੰ ਮਾਰ ਫੋਨ, ਯਾਰ ਤੂੰ ਮਾਰ ਦੇ ਫੋਨ। ਕੋਈ ਵੀ ਪੰਜਾਬੀ ਭਰਾ ਕਰ ਲਵੇ, ਕੋਈ ਕਰ ਲਵੇ, ਕੋਈ ਪੰਜਾਬੀ ਕਰ ਲਵੇ, ਪੰਜਾਬੀ ਜਿਹੜਾ ਹੋਰ ਜਾਣ ਪਛਾਣ ਦਾ ਹੈਗਾ ਉਹ ਕਰ ਲਵੇ, ਕਿਸੇ ਨੂੰ ਜਵਾਬ ਹੀ ਨਹੀਂ ਦੇਈਦਾ। ਉਹ ਉਦੋਂ ਹੀ ਫੋਨ ਮਾਰ ਦਿੰਦਾ। ਹਾਂ, ਕੋਈ ਗਲਤ ਕੰਮ ਨਾ ਕੀਤਾ ਹੋਵੇ, ਕੋਈ 2 ਨੰਬਰ ਸਮਾਨ ਨਾ ਹੋਵੇ, 2 ਨੰਬਰ ਉਹ ਨਾ ਹੋਵੇ। ਤੇ ਮੈਂ ਇਸ ਕਰਕੇ ਕਹਿੰਦਾ ਵੀ ਜਦੋਂ ਵੀ ਗੱਲ ਹੋਵੇ ਤਾਂ ਇੱਕ ਬਹੁਤ ਲੋਕ ਪਿਆਰ ਕਰਦੇ, ਸਾਨੂੰ ਲੱਖਾਂ 'ਚ ਦੇਖਦੇ ਆ, ਤੇ ਅਸੀਂ ਅਪੀਲ ਵੀ ਕਰਦੀ ਆ ਵੀ ਜਿਹੜੇ ਕਲਕੱਤੇ ਦੇ ਭਰਾ ਨੇ ਮੁਸੀਬਤ 'ਚ ਨੇ, ਸਾਡੇ ਪੰਜਾਬੀ ਭਰਾ, ਤਾਂ ਜੀਤੀ ਬਾਈ ਹੋਰਾਂ ਨਾਲ ਕੰਟੈਕਟ ਕਰ ਸਕਦੇ ਹੋ। 1 ਨੰਬਰ ਜੈਨੂਨ ਹੋਣ। ਉਹਨਾਂ ਨੂੰ ਪਤਾ ਹੀ ਆ ਜੀ, ਪੂਰੇ ਕਲਕੱਤੇ ਕੇ ਪੂਰੇ ਬੰਗਾਲ ਦੇ ਸਾਰੇ ਭਰਾਵਾਂ ਨੂੰ ਪਤਾ ਜੀ। ਕੋਈ ਮਤਲਬ ਦੱਸਣ ਦੀ ਵੀ ਨਹੀਂ ਲੋੜ ਹੈਗੀ, ਉਹਨਾਂ ਨੂੰ ਸਾਰਿਆਂ ਨੂੰ ਪਤਾ। ਮੈਂ ਜਿੰਨੇ ਜੋਗਾ ਹੈਗਾ ਮੈਂ ਕਰਨ ਦੀ ਕੋਸ਼ਿਸ਼ ਕਰਦਾ। ਮੈਂ ਮੂੰਹੋਂ ਨਾਮ ਨਹੀਂ ਕਹਿੰਦਾ, ਜਵਾਬ ਨਹੀਂ ਦਿੰਦਾ। ਪੂਰੀ ਕੋਈ ਗੇੜਾ ਲੈ ਕੇ ਕਲਕੱਤੇ ਆਇਆ ਹੁੰਦਾ ਜੀ, ਪੰਜਾਬ ਵਾਲਾ ਹੀ ਵੈਸੇ ਹੀ ਆਇਆ ਹੁੰਦਾ ਕਲਕੱਤੇ ਵੱਲ, ਉਹਨੂੰ ਲੋੜ ਪੈ ਜੇ। ਹਾਂ, ਕੋਈ ਐਸੀ ਗੱਲ ਨਹੀਂ। ਉਹ ਕੋਈ ਵੀ ਕਰ ਦੇਵੇ ਫੋਨ, ਕੋਸ਼ਿਸ਼ ਕਰਦੇ ਆ ਜੀ, ਪੂਰੀ 100% ਕੋਸ਼ਿਸ਼ ਕਰੀ ਦੀ ਆ। ਬਾਕੀ ਉਸ ਮਾਲਕ ਦੇ ਹੱਥ ਆ, ਪਰ ਕਰੀ ਦੀ ਆ ਕੋਸ਼ਿਸ਼। ਮਤਲਬ ਨਾਲ ਦੀ ਨਾਲ ਫੋਨ ਮਾਰਨ ਦੀ ਕੋਸ਼ਿਸ਼ ਕਰੀ ਦੀ ਆ ਜਿਵੇਂ ਵੀ ਹੁੰਦਾ। ਮਤਲਬ ਉਹ ਨਾਲ ਰਹਿਣ ਕਰਕੇ ਇਹ ਮਤਲਬ ਮੈਨੂੰ ਫਾਇਦੇ ਹੋ ਜਾਂਦੇ ਆ। ਜੇ ਤੁਸੀਂ ਨਹੀਂ ਹੋ ਕਿਸੇ ਪੋਲੀਟੀਕਲ ਬੰਦੇ ਨੂੰ, MLA ਨੂੰ, MP ਨੂੰ ਤੁਸੀਂ ਪਹਿਲਾਂ ਫੋਨ ਕਰੋ, ਪਹਿਲਾਂ ਤਾਂ ਤੁਹਾਡਾ ਫੋਨ ਹੀ ਨਹੀਂ ਚੱਕਦਾ। ਜਦ ਨੂੰ ਅਗਲੇ ਨੇ ਕੇਸ ਦਰਜ ਕਰ ਦੇਣਾ ਵਾ, ਫਿਰ ਉਦੋਂ ਬਾਅਦ ਜੇ ਉਹਨੇ ਦੂਜੇ ਦਿਨ ਫੋਨ ਤੁਹਾਨੂੰ ਰਿੰਗ ਬੈਕ ਕਰ ਵੀ ਲਈ, ਉਦੋਂ ਬਾਅਦ ਕੱਢਣ ਪਾਉਣ ਨੂੰ ਕੀ ਆ, ਫਿਰ ਤਾਂ ਗੱਲ ਬਣਨੀ ਨਹੀਂ। ਇਹ ਮੌਕੇ 'ਤੇ ਸਾਰਾ ਕੁਛ ਹੋ ਜਾਂਦਾ ਜਦੋਂ ਉਹ ਮੇਰੇ ਨਾਲ ਹੁੰਦਾ ਵਾ। ਤੇ ਇਹ ਸਾਰੇ ਪਲੱਸ ਪੁਆਇੰਟ ਨਾਲ ਰਹਿਣ ਕਰਕੇ ਹੈਗੇ ਆ। ਮੈਨੂੰ ਲੋਕ ਪਿਆਰ ਕਰੀ ਜਾਂਦੇ ਆ, ਮੈਨੂੰ ਕਹੀ ਜਾਂਦੇ ਆ, ਪਰ ਬੈਕਡੋਰ 'ਚ ਕਾਰਤਿਕ ਬੈਨਰਜੀ ਦਾ ਪੂਰਾ ਮੈਨੂੰ ਸਹਿਯੋਗ ਆ ਵੀ ਉਸ ਗੁਰੂ ਨਾਨਕ ਸਾਹਿਬ ਨੇ ਮੈਨੂੰ ਇਹੋ ਜਿਹਾ ਵਧੀਆ ਦੋਸਤ ਮਿਲਾਤਾ। ਤੇ ਮੈਂ ਚਾਹੁੰਦਾ ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਵੀ ਕਰਦਾ ਵੀ ਉਹਦੇ ਨਾਲ ਮੇਰੀ ਸਾਰੀ ਜ਼ਿੰਦਗੀ ਨਿਕਲ ਜਾਵੇ। ਜਿਵੇਂ ਦੀ ਤੁਹਾਡਾ ਕਿਰਦਾਰ ਪੇਸ਼ ਕੀਤਾ ਬਾਈ ਹੋਰਾਂ ਨੇ, ਤੁਹਾਡੀਆਂ ਗੱਲਾਂ ਤੋਂ ਪਤਾ ਲੱਗਿਆ, ਤਾਂ ਫਿਰ ਅਜਿਹੇ ਲੋਕ ਤਾਂ ਸਾਡੇ ਪੰਜਾਬ ਨੂੰ ਵੀ ਲੋੜ ਹੈ। ਤੁਸੀਂ ਇੱਥੇ ਵੀ ਠੀਕ ਹੈ, ਤੁਹਾਡੇ ਬਿਜ਼ਨਸ ਹੈ, ਤੇ ਫਿਰ ਤੁਸੀਂ ਪੰਜਾਬ ਵੱਲ ਟਰਾਈ ਕਿਉਂ ਨਹੀਂ? ਚਾਹੇ ਸਰੀਰ ਮੇਰਾ ਇੱਥੇ ਹੈਗਾ ਵਾ, ਪਰ ਰੂਹ ਮੇਰੀ ਹਮੇਸ਼ਾ ਪੰਜਾਬ ਤੁਰੀ ਫਿਰਦੀ ਰਹਿੰਦੀ ਆ। ਤੜਫ ਮੈਨੂੰ ਪੰਜਾਬ ਦੀ ਰਹਿੰਦੀ ਆ। ਦੇਖੋ ਜੀ, ਜਦੋਂ ਵੀ ਕੋਈ ਪੰਜਾਬ 'ਚ ਹੁਣ ਜਦੋਂ ਆਪਣੇ ਸਰੂਪ ਬਰਗਾੜੀ ਕਾਂਡ ਹੋਇਆ, ਸਰੂਪ ਇੱਥੋਂ ਮਤਲਬ ਪਤਾ ਲੱਗਿਆ ਵੀ ਸਰੂਪ, ਮੈਂ ਤੇ ਚੇਤਨ ਸਿੰਘ ਨੇ ਦੋਹਾਂ ਨੇ ਆਪਸ ਵਿੱਚ ਸਲਾਹ ਕੀਤੀ,
ਕਰਨ ਤੋਂ ਬਾਅਦ ਇੱਥੋਂ ਅਸੀਂ 30-35 ਬੰਦਿਆਂ ਦਾ ਜੱਥਾ ਜਹਾਜ਼ 'ਚ ਭੇਜਿਆ ਪੰਜਾਬ ਵੀ ਬਰਗਾੜੀ 'ਚ ਤੁਸੀਂ ਮਤਲਬ ਉੱਥੇ ਧਰਨੇ 'ਚ ਬੈਠਣਾ ਵਾ ਤੇ ਉੱਥੋਂ ਫਿਰ ਜਹਾਜ਼ 'ਚ ਵਾਪਸ ਕਲਕੱਤੇ ਅਸੀਂ ਇਹ ਸਾਰੀ ਸੇਵਾ ਮੈਂ ਤੇ ਚੇਤਨ ਸਿੰਘ ਜੀ ਨੇ ਲਈ। ਇਹਦਾ ਮਤਲਬ ਸਾਨੂੰ ਤੜਫ ਤਾਂ ਹੈਗੀ ਆ ਨਾ, ਚਾਹੇ ਜਿਹੜੇ ਉਸ ਅੰਦੋਲਨ ਤੇ ਜਿਹੜੇ ਬੈਠੇ ਸੀਗੇ ਗੰਦਲੇ ਹੋਏ ਸਿਸਟਮ 'ਚ ਵੜ ਕੇ ਕਹਿੰਦੇ ਉਹਨੂੰ ਸਵਾਰਿਆ ਜਾ ਸਕਦਾ। ਵੜਨ ਦੀ ਗੱਲ ਕਰਦਾ ਵੀ ਉੱਥੇ ਜਾ ਕੇ ਕੀ ਵੜਨਾ ਸੰਭਵ ਨਹੀਂ ਹੈ ਜੀ ਹੁਣ ਪੰਜਾਬ 'ਚ ਜਾਣਾ? ਨਹੀਂ, ਗੰਦਲਾ ਤਾਂ ਨਹੀਂ ਕਿਹਾ ਜਾ ਸਕਦਾ, ਸਾਰੇ ਤਾਂ ਨਹੀਂ ਗੰਦਲੇ ਹੁੰਦੇ। ਤੇ ਜਿਵੇਂ ਜਿਵੇਂ ਹੁਣ ਬਰਗਾੜੀ 'ਚ ਜਿਹੜੇ ਬੰਦੇ ਆਗੂ ਸੀਗੇ ਜਿਨ੍ਹਾਂ ਨੇ ਅੰਦੋਲਨ ਵਿੱਢਿਆ ਸੀਗਾ ਉਹ ਜਦੋਂ ਲਾਸਟ 'ਚ ਵਿਕ ਗਏ, ਮੈਨੂੰ ਲੱਗਦਾ ਵੀ ਇਹੀ ਕਿਹਾ ਜਾ ਸਕਦਾ ਵੀ ਵਿਕ ਗਏ। ਉਹਨਾਂ ਨੇ ਆਪਦੀ ਜ਼ਮੀਰ ਮਾਰ ਲਈ, ਆਪਦੀ ਜ਼ਮੀਰ ਖ਼ਤਮ ਕਰ ਲਈ। ਅਸੀਂ ਇੱਥੋਂ ਜੱਥੇ ਭੇਜ ਰਹੇ ਹਾਂ, ਸਰਮਾਇਆ ਲਾ ਰਹੇ ਹਾਂ, ਮਤਲਬ ਤੜਫ ਸੀ ਤਾਂ ਨਾ, ਉਹ ਉੱਥੇ ਬੈਠੇ ਹੀ ਵਿਕ ਗਏ। ਉਦੋਂ ਦੁੱਖ ਜ਼ਰੂਰ ਹੁੰਦਾ ਵਾ, ਪਰ ਚਲੋ ਚੰਗੇ ਬੰਦੇ ਵੀ ਹੈਗੇ ਆ ਤੇ ਜਿਨ੍ਹਾਂ ਕਰਕੇ ਇਹ ਸੰਸਾਰ ਚੱਲ ਰਿਹਾ ਵਾ, ਤੇ ਇਹੋ ਜਿਹੇ ਬਕਾਊ ਵੀ ਹੈਗੇ ਆ ਜਿਨ੍ਹਾਂ ਕਰਕੇ ਕੌਮ ਨੂੰ ਕਈ ਵਾਰ ਨਮੋਸ਼ੀ ਖੱਟਣੀ ਪੈਂਦੀ ਆ। ਤੇ ਜਿਹੜੇ ਤੁਹਾਡੇ ਕੋਲ ਲੋਕ ਨੌਕਰੀ ਕਰਦੇ ਨੇ ਉਹਦੇ ਵਿੱਚ ਜ਼ਿਆਦਾਤਰ ਪੰਜਾਬੀ ਭਰਾ ਨੇ ਜਾਂ ਬੰਗਾਲੀ ਹੈ ਜੀ? ਪੰਜਾਬੀ ਇੱਕ ਦੋ ਕੁ ਜਾਣੇ ਹੈ, ਦੋ ਕੁ ਬੰਦੇ ਹੈਗੇ ਆ, ਬਾਕੀ ਦੂਜੀ ਕਮਿਊਨਿਟੀ ਨਾਲ ਹੀ ਸਾਰਾ ਸੰਬੰਧ ਆ, ਮਤਲਬ ਬਾਕੀ ਦੂਜੀ ਕਮਿਊਨਿਟੀ ਹੋਈ ਹੈ ਸਾਰੀ। ਉਹਦਾ ਕਾਰਨ ਕੀ ਵੈਸੇ ਹੀ ਨਾਰਮਲੀ ਮਿਲਦੇ ਰਹੇ ਜਾਂ ਫਿਰ ਕੋਈ ਵੀ ਭਾਸ਼ਾ ਦੀ ਕਰਕੇ ਜਾਂ ਕੋਈ ਭਾਸ਼ਾ ਕਰਕੇ ਵੀ ਹੈਗਾ। ਜਿਵੇਂ ਹੁਣ ਆਪਣੀ ਤਾਂ ਯੰਗ ਜਨਰੇਸ਼ਨ ਸਾਰੀ ਹੋਈ ਬਾਹਰ ਨੂੰ ਮਤਲਬ ਨਿਕਲ ਜਾਂਦੀ ਆ, ਉਹਨਾਂ ਨੂੰ ਇੱਥੇ ਨੌਕਰੀ ਦੀ ਮਤਲਬ ਉਨੀ ਹੈ ਹੀ ਨਹੀਂ ਕਿ ਮਤਲਬ ਚਾਹੇ ਉਹਦਾ ਵੀਜ਼ਾ ਲੱਗੇ ਨਾ ਲੱਗੇ, ਸੁਰਤ ਉਹਨਾਂ ਦੀ ਬਾਹਰ ਦੀ ਹੋਈ ਰਹਿੰਦੀ ਆ, ਮਤਲਬ ਵੀ ਬਾਹਰ ਜਾਈਏ ਤੇ ਫਿਰ ਉਹ ਕਈ ਵਾਰ ਕਰਨਾ ਵੀ ਨਹੀਂ ਚਾਹੁੰਦੇ। ਮਤਲਬ ਇਸ ਕਰਕੇ ਮਤਲਬ ਜਿਹੜੀ ਇੱਥੋਂ ਦੀ ਕਮਿਊਨਿਟੀ ਹੈਗੀ ਆ, ਹੁਣ ਜਿਵੇਂ ਢਾਬੇ ਦੇ ਜਿਹੜੇ ਅੰਦਰ ਵੇਟਰ ਆ ਜਾਂ ਸੇਫ ਆ ਕੰਮ ਕਰਨ ਵਾਲੇ, ਉਹ ਆਪਣੇ ਇੱਥੇ ਮੁੰਡੇ ਉਹੋ ਜਿਹੇ ਮਿਲਦੇ ਵੀ ਹੈ ਨਹੀਂ ਗੇ, ਮਤਲਬ ਵੀ ਜਿਨ੍ਹਾਂ ਨੂੰ ਇਸ ਕੰਮ ਤੇ ਲਾਇਆ ਜਾਵੇ ਜਾਂ ਕਿਹਾ ਜਾਵੇ। ਮਤਲਬ ਧਾਰਮਿਕ ਸਮਾਗਮ ਵੀ ਕਰਵਾਉਂਦੇ ਰਹਿੰਦੇ ਹੋ ਜਾਂ ਸਿਰਫ ਗੁਰਦੁਆਰਿਆਂ ਦੇ ਇਮਾਰਤਾਂ ਦਾ ਹੀ ਕਰਦੇ ਹੋ? ਸੇਵਾਵਾਂ ਦਾ ਕੰਮ ਜਿਹੋ ਜਿਹਾ ਵੀ ਜਿੱਥੇ ਵੀ ਜੇ ਪ੍ਰਚਾਰ ਦੇ ਲਈ ਸੇਵਾਵਾਂ ਦਾ ਕੰਮ ਨਹੀਂ, ਪ੍ਰਚਾਰ ਦੇ ਲਈ ਨਹੀਂ ਮੈਂ ਕੁਛ ਕਰਦਾ ਜੀ। ਜੇ ਉਹ ਪ੍ਰਚਾਰਕ ਆਉਣ ਜਾਂ ਮਤਲਬ ਪ੍ਰਚਾਰ ਬਾਰੇ ਕੁਛ ਹੋਵੇ ਤਾਂ ਮੈਥੋਂ ਜਿੰਨਾ ਕੁ ਹੁੰਦਾ ਮੈਂ ਸੇਵਾ ਕਰਦਾ। ਮੈਂ ਇਹ ਪ੍ਰਚਾਰ ਦਾ ਕੋਈ ਕੰਮ ਨਹੀਂ ਕਰਦਾ ਜੀ, ਬਿਲਕੁਲ ਹੀ ਨਹੀਂ ਕਰਦਾ। ਮੈਨੂੰ ਪਤਾ ਲੱਗ ਜੇ ਵੀ ਇੱਥੇ ਗੁਰੂ ਘਰ ਦੀ ਇਮਾਰਤ ਦਾ ਕੰਮ ਹੋਣ ਵਾਲਾ ਵਾ, ਬੰਗਾਲ 'ਚ ਇੱਥੇ ਕਲਕੱਤੇ ਹੋਣ ਵਾਲਾ, ਕਿਸੇ ਪਾਸੇ ਵੀ ਹੋਣ ਵਾਲਾ, ਇਹੋ ਜਿਹੇ ਜੇ ਕੋਈ ਹੁੰਦਾ ਤਾਂ ਉਹ 'ਚ ਮੇਰੀ ਕੋਸ਼ਿਸ਼ ਰਹਿੰਦੀ ਆ ਵੀ ਮੈਂ ਕਰਾਂ। ਹੋਰ ਮੇਰੇ ਭਾਈਚਾਰੇ ਦਾ ਕੋਈ ਕੰਮ ਇਹੋ ਜਿਹਾ ਹੁੰਦਾ ਤਾਂ ਉਹ ਕਰਾਂ। ਤਾਂ ਆਹ ਲੋਕਡਾਊਨ ਦੇ ਵਿੱਚ ਗੁਰਦੀਪ ਨੇ ਤੁਹਾਨੂੰ ਦੱਸਿਆ ਹੀ ਹੋਊਗਾ, ਤੇ ਉਹ ਬਹੁਤ ਇਹੋ ਜਿਹੇ ਪਰਿਵਾਰ ਸੇਵਾ ਕਰਦੇ ਮਿਲੇ ਜਿਹੜੇ ਪਰਿਵਾਰ ਰਿਕਵਰ ਨਹੀਂ ਕਰ ਸਕਦੇ। ਮਤਲਬ ਜਾਂ ਤਾਂ ਉਹਨਾਂ ਦੇ ਔਲਾਦ ਨਹੀਂ ਹੈਗੀ ਜਾਂ ਉਮਰ ਜ਼ਿਆਦਾ ਹੋ ਗਈ, ਨਾ ਉਹ ਕਿਸੇ ਤੋਂ ਮੰਗ ਸਕਦੇ ਆ। ਫਿਰ ਆਪਦੇ ਅੰਨਿਓ ਵੀ ਜਿੰਨਾ ਹੋਇਆ ਤੇ ਕੁਛ ਮੈਂ ਹੋਰ ਪਰਿਵਾਰਾਂ ਨੂੰ ਵੀ ਰਿਕੁਐਸਟ ਕੀਤੀ, ਭਾਈ ਵੀ ਤੁਸੀਂ ਦੋ ਬੰਦਿਆਂ ਦਾ, ਜਿਵੇਂ ਚੇਤਨ ਬਾਈ ਹੁਣਾਂ ਨੂੰ, ਇਹਨਾਂ ਨੂੰ ਗੁਰਦੀਪ ਹੁਣਾਂ ਨੂੰ ਮੈਂ ਰਿਕੁਐਸਟ ਕੀਤੀ ਵੀ ਤੁਸੀਂ ਆਹ 2-4 ਬੰਦਿਆਂ ਦਾ ਖਰਚਾ ਚੱਕ ਲਓ। ਇੱਥੇ GIS ਗਰੁੱਪ ਵਾਲੇ ਹੈਗੇ ਆ, ਤਰਨਜੀਤ ਵੀਰ ਜੀ, ਬੜਾ ਉਹਨਾਂ ਦਾ ਤਕੜਾ ਕੰਮ ਆ, ਬੜੇ ਚੰਗੇ ਇਨਸਾਨ ਆ, ਤੇ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ, ਮੈਂ ਕਿਹਾ ਵੀਰ ਜੀ ਐਂ ਕਰਕੇ ਬਈ ਜੇ ਕੁਛ ਪਰਿਵਾਰਾਂ ਦਾ ਖਰਚਾ ਚੱਕ ਲਓ। ਉਹਨਾਂ ਨੇ 9-10 ਪਰਿਵਾਰਾਂ ਦਾ ਖਰਚਾ ਚੱਕ ਲਿਆ। ਉਹ ਹਰ ਮਹੀਨੇ ਉਹਨਾਂ ਦੇ ਅਕਾਊਂਟ 'ਚ 2,5-3 ਹਜ਼ਾਰ ਰੁਪਈਆ ਭੇਜ ਦਿੰਦੇ ਆ। ਹੋਰ ਕਿਸੇ ਨੂੰ ਕਿਹਾ ਵੀ 2 ਪਰਿਵਾਰਾਂ ਦਾ, ਜਿਵੇਂ ਹੁਣ ਤੁਸੀਂ ਪਹਿਲਾਂ ਇੱਥੇ ਇੱਕ ਦੇਸ਼ ਦਰਪਣ ਪੇਪਰ ਸੀਗਾ ਜੀ, ਬੜਾ ਮਸ਼ਹੂਰ ਪੇਪਰ ਰਿਹਾ ਵਾ, ਉਹਨਾਂ ਦੇ ਜਮਾਈ ਸਾਹਿਬ ਹੈਗੇ ਆ ਮਿਸਟਰ ਲੂਥਰਾ ਜੀ, ਤੇ ਮੈਂ ਉਹਨਾਂ ਨੂੰ ਵੀ ਰਿਕੁਐਸਟ ਕੀਤੀ। ਮੈਂ ਕਿਹਾ ਵੀਰ ਜੀ ਐਂ ਕਰ, ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਆਹ ਕਰ ਰਹੇ ਹੋ, ਵੀ ਜੇ ਮੇਰੀ ਲੋੜ ਹੋਏ ਤਾਂ ਦੱਸਿਓ। ਮੈਂ ਫਿਰ ਉਹਨਾਂ ਨੂੰ ਰਿਕੁਐਸਟ ਕੀਤੀ। ਹੁਣ 2 ਪਰਿਵਾਰਾਂ ਦਾ ਖਰਚਾ ਉਹ ਲੂਥਰਾ ਜੀ ਦੇਸ਼ ਦਰਪਣ ਜਿਨ੍ਹਾਂ ਦਾ ਸੀਗਾ, ਅੱਜ ਤਾਂ ਨਹੀਂ ਰਿਹਾ ਉਹਨਾਂ ਦਾ ਪੇਪਰ, ਤੇ ਉਹ ਚੱਕ ਰਿਹਾ। ਇਉਂ ਮੈਂ ਵੰਡ ਤੇ ਕਿਸੇ ਨੂੰ 2 ਦੀ ਜ਼ਿੰਮੇਵਾਰੀ, ਕਿਸੇ ਨੂੰ 4 ਦੀ, ਕਿਸੇ ਨੂੰ 3 ਦੀ, ਕੁਛ ਮੈਂ ਆਪ ਜ਼ਿੰਮੇਵਾਰੀ ਲੈ ਲਈ, ਤੇ ਜਿੰਨੇ ਪਰਿਵਾਰ ਹੈਗੇ ਆ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਕੋਈ ਆ ਵੀ ਜਾਂਦਾ ਦੇਖੀਦਾ ਵੀ ਬਿਲਕੁਲ ਸਹੀ ਆ, ਤੇ ਉਹਨੂੰ ਵੀ ਕਿਤੇ ਨਾ ਕਿਤੇ ਐਡਜਸਟ ਕਰਾ ਦੇਈਦਾ ਵੀ ਹਰ ਸਾਲ ਉਹ ਹੁਣ ਜਿੰਨਾ ਚਿਰ ਉਹ ਪਰਿਵਾਰ ਲੈਣਾ ਚਾਹੁਣ ਸੇਵਾ ਸਾਥੋਂ, ਤੇ ਅਸੀਂ ਉਹਨਾਂ ਚਿਰ ਉਸ ਪਰਿਵਾਰਾਂ ਦੇ ਜੋੜੇ ਝਾੜਨ ਨੂੰ ਤਿਆਰ ਹਾਂ।
ਤੇ ਲਾਸਟ ਸਵਾਲ ਰਾਜਨੀਤਿਕ ਹੈ, ਜਿਹੜਾ 2021 ਦੀਆਂ ਹੁਣ ਅਪ੍ਰੈਲ ਦੇ ਵਿੱਚ ਚੋਣਾਂ ਆ ਰਹੀਆਂ ਨੇ, ਇਹਦੇ ਵਿੱਚ ਕਿਵੇਂ ਵੇਖਦੇ ਹੋ, ਕਿਹੜੀ ਪਾਰਟੀ ਦਾ ਪਲੜਾ ਭਾਰੀ? ਹਾਲਾਂਕਿ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਬੀਜੇਪੀ ਆ ਰਹੀ ਦੀ ਟੱਕਰ ਬਰਾਬਰ ਚੱਲ। ਦੇਖੋ ਕੁਛ ਲੀਡਰ ਜ਼ਰੂਰ ਚਲੇ ਗਏ, ਤਿੰਨ ਮੂਲ ਨੂੰ ਛੱਡ ਕੇ ਬੀਜੇਪੀ 'ਚ ਚਲੇ ਗਏ ਆ, ਪਰ ਕਿਸੇ ਤੇ ਨੋਟਿਸ ਆ, ਕਿਸੇ ਨੂੰ ਨੋਟਿਸ ਦਾ ਡਰ ਆ, ਇਹ ਵੀ ਇੱਕ ਬਹੁਤ ਵੱਡੇ ਕਾਰਨ ਰਹੇ ਆ। ਕਈਆਂ ਦੇ ਆਪ ਦੇ ਸਵਾਰਥ ਨਹੀਂ ਪੂਰੇ ਹੋਏ ਪਾਰਟੀ ਤੋਂ, ਮਤਲਬ ਆਪਾਂ ਉਮੀਦਾਂ ਵੀ ਵੱਧ ਕਰਨ ਲੱਗ ਜਾਂਦੇ ਆ ਨਾ। ਹੁਣ ਐਮਐਲਏ ਬਣਾਤਾ, ਐਮਐਲਏ ਤੋਂ ਬਾਅਦ ਇੱਕ ਆਪਾਂ ਮਿਨਿਸਟਰੀ ਭਾਲਦੇ ਹਾਂ, ਜਦੋਂ ਮਿਨਿਸਟਰੀ ਮਿਲ ਜਾਂਦੀ ਆ ਫਿਰ ਆਪਾਂ ਚਾਹੀਦਾ ਵੀ ਵਧੀਆ ਕੈਬਨਿਟ ਵਾਲੀ ਮਿਨਿਸਟਰੀ ਰਹੇ, ਫਿਰ ਜੇ ਕੈਬਨਿਟ ਵਾਲੀ ਵੀ ਦੇਤੀ ਤਾਂ ਡਿਪਟੀ ਸੀਐਮ ਦੀ ਰਹਿੰਦੀ ਆ। ਮਤਲਬ ਇਹ ਜਿਹੜੀ ਤੁਹਾਡੀ ਤਮਾਮ ਆ, ਇਹ ਤੁਹਾਨੂੰ ਕਈ ਵਾਰ ਜਿਹੜਾ ਠਹਿਰਾਓ ਤੇ ਉਹ ਜਦੋਂ ਬੰਦੇ 'ਚ ਨਾ ਹੋਵੇ ਫਿਰ ਉਹ ਇਹੋ ਜਿਹੇ ਕੁਛ ਹੀ ਕਰਦਾ, ਕਦੇ ਇੱਧਰ ਚਲਿਆ ਜਾਂਦਾ, ਕਦੇ ਉੱਧਰ ਚਲਿਆ ਜਾਂਦਾ। ਜਿਹੜਾ ਵੋਟਰ ਆ ਜਿਹਨੇ ਵੋਟ ਪਾਉਣੀ ਆ ਉਹ ਨਹੀਂ ਬੀਜੇਪੀ 'ਚ ਬਹੁਤ ਜ਼ਿਆਦਾ ਸ਼ਿਫਟ ਹੋਇਆ। ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਐਵੇਂ ਜੁਮਲਿਆਂ ਵਾਲੀ ਸਰਕਾਰ ਆ, ਝੂਠ ਬੋਲਦੀ ਆ ਤੇ ਮੀਡੀਆ ਇਹਨਾਂ ਦਾ ਪਰਚੇਜ ਆ। ਇਹ ਤੁਹਾਡੇ ਵਰਗੇ ਜਿਹੜੇ ਮੀਡੀਆ ਹੈਗੇ ਆ ਉਹ ਇਹ ਆਂਚਲਿਕ ਪਾਰਟੀਆਂ ਨੂੰ ਬਚਾਈ ਬੈਠੇ ਆ ਤੇ ਅਸੀਂ ਉਸ ਮਾਲਕ ਅੱਗੇ ਅਰਦਾਸ ਕਰਦੇ ਹਾਂ ਵੀ ਤੁਹਾਡੇ ਵਰਗੇ ਜਿਹੜੇ ਚੈਨਲ ਹੈਗੇ ਆ ਤੇ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਪ੍ਰਮਾਤਮਾ ਤਰੱਕੀ ਦੇਵੇ। ਬਾਕੀ ਤਾਂ ਜਿਹੜੇ ਨੈਸ਼ਨਲ ਮੀਡੀਆ ਹੈਗੇ ਆ ਉਹ ਹਿੰਦੁਸਤਾਨ ਕੀ ਪੂਰੀ ਦੁਨੀਆ ਦੇ ਆਵਾਮ ਨੂੰ ਪਤਾ ਚੱਲ ਗਿਆ ਤੇ ਵੀ ਵਿਕ ਚੁੱਕੇ ਆ। ਪਹਿਲਾਂ ਪੇਪਰ ਛਾਪੇ ਜਾਂਦੇ ਹੁੰਦੇ ਸੀਗੇ, ਫੇਰ ਵੇਚੇ ਜਾਂਦੇ ਹੁੰਦੇ ਸੀਗੇ, ਹੁਣ ਪੇਪਰ ਪਹਿਲਾਂ ਵਿਕ ਜਾਂਦਾ ਵਾ ਫਿਰ ਛਾਪਿਆ ਜਾਂਦਾ ਵਾ। ਬਿਲਕੁਲ ਗੱਲ ਤੁਹਾਡੀ ਦਰੁਸਤ ਆ। ਤੁਸੀਂ ਗੱਲ ਨੋਟਿਸਾਂ ਦੇ ਵਿੱਚ ਕੀਤੀ ਹੈ ਬਈ ਨੋਟਿਸਾਂ ਦਾ ਡਰ ਸੀ ਈਡੀ ਦੇ ਜਾਂ ਕੋਈ ਹੋਰ ਨੋਟਿਸ ਹੈ ਨਾ ਜੀ, ਇਸ ਕਰਕੇ ਛੱਡ ਗਏ। ਤੁਸੀਂ ਵੀ ਚੰਗਾ ਰਸੂਖ ਰੱਖਦੇ ਹੋ ਕਲਕੱਤਾ ਦੇ ਵਿੱਚ, ਨੋਟਿਸ ਦਾ ਤੁਹਾਨੂੰ ਵੀ ਡਰਾਵਾ ਦਿੱਤਾ ਜਾ ਸਕਦਾ, ਧਮਕੀ ਤੁਹਾਨੂੰ ਵੀ ਆ ਸਕਦੀ ਹੈ, ਜਿਵੇਂ ਤੁਹਾਡੇ ਬਿਜ਼ਨਸ ਚੱਲ ਰਹੇ ਨੇ, ਕਿਉਂਕਿ ਤੁਹਾਡਾ ਔਰ ਪਰਿਵਾਰਕ ਇੱਕ ਸੰਬੰਧ ਵੀ ਹੈਗਾ ਮਮਤਾ ਜੀ ਦੇ ਨਾਲ ਵੀ, ਉਹਨਾਂ ਦੇ ਭਰਾ ਦੇ ਨਾਲ ਵੀ। ਫਿਰ ਇਹ ਯਾਰੀ ਦੋਸਤੀ ਟੁੱਟੂਗੀ ਜਾਂ ਕਿਵੇਂ ਹੋਊਗਾ ਜੀ? ਉਹ ਹਜੇ ਅਸੀਂ ਜਿਹੜਾ ਸਾਨੂੰ ਵੱਡੇ ਕੋਈ ਨੋਟਿਸ ਆਉਣ, ਅਸੀਂ ਹਜੇ ਉਹ ਲੈਵਲ 'ਤੇ ਪਹੁੰਚੇ ਹੀ ਨਹੀਂ ਗੇ। ਤੇ ਉਹ ਇੱਕ ਲੈਵਲ ਹੁੰਦਾ ਵਾ ਵੀ ਪਹੁੰਚਾ ਦਿੰਦੇ, ਇਹ ਤਾਂ ਰਿਸ਼ਤਾ ਦੇਖਦੇ ਆ ਨਾ ਜੀ ਸਿਰਫ, ਵੀ ਕਿਹਦੇ ਨਾਲ ਕਿਵੇਂ ਦਾ ਹੈ। ਫਿਰ ਉਦੋਂ ਕੀ ਹੋਊਗਾ, ਇੱਕ ਇਮੇਜਿਨ ਕਰ ਲਈਏ ਆਪਾਂ ਵੀ, ਲਗਾਏ ਲਈਏ ਵੀ ਚਲੋ ਹੋ ਗਿਆ, ਫਿਰ ਕੀ ਹੋਊਗਾ ਜੀ ਜੇ ਨੋਟਿਸ ਆਉਂਦੇ ਆ? ਫਿਰ ਤੁਸੀਂ ਵੀ ਬੀਜੇਪੀ ਵੱਲ ਨੂੰ ਵਧੋਗੇ ਡਰ ਕੇ, ਜਾਂ ਫਿਰ ਇਹ ਦੋਸਤੀ ਜਿਹੜੀ ਜੁੜੀ ਆ ਨਾਤਾ? ਦੋਸਤੀ ਜਦੋਂ ਜੀ ਮੈਂ ਆਪਣਾ ਢਾਬਾ ਜਦੋਂ ਸ਼ੁਰੂ ਕੀਤਾ ਉਹਦੇ ਨਾਲ ਮੇਰੀ ਦੋਸਤੀ ਪਈ, ਤਾਂ ਇਸ ਇਲਾਕੇ ਦੇ ਵਿੱਚ ਜਿੱਤ ਕੇ ਕਾਮਰੇਡ ਆ ਗਏ, ਉਹਨਾਂ ਦੇ ਕਾਉਂਸਲਰ ਬਣ ਗਏ। ਉਹਨਾਂ ਨੇ ਆ ਕੇ ਮੇਰਾ ਪਾਣੀ ਦੀਆਂ ਲੈਣਾ ਵਗੈਰਾ ਕੱਟਤੀਆਂ, ਹੋਰ ਸਾਰਾ ਕੁਝ ਕੱਟਤੀਆਂ ਤੇ ਵੀ ਤੇਰੀ ਉਹਨਾਂ ਦੇ ਪਰਿਵਾਰ ਨਾਲ ਦੋਸਤੀ ਆ, ਤੇ ਗੁੱਸੇ 'ਚ ਆ ਕੇ ਕੱਟ ਗਏ। ਤੇ ਫਿਰ ਮੈਨੂੰ ਕਾਰਤਿਕ ਬੈਨਰਜੀ ਨੇ ਕਿਹਾ ਵੀ ਮੈਂ ਆਉਣਾ ਬੰਦ ਯਾਰ ਕਰ ਦੇਣਾ ਵਾ, ਤੇਰਾ ਨੁਕਸਾਨ ਕਰਕੇ ਚਲੇ ਗਏ ਇਹ, ਵੀ ਪਾਣੀਓ ਹੀ ਕੱਟਤਾ ਤੇਰੇ ਢਾਬੇ ਦਾ, ਲੈਣਾ ਕੱਟਤੀਆਂ। ਤੇ ਮੈਂ ਉਹਨੂੰ ਕਿਹਾ ਵੀ ਚੱਲ ਕੋਈ ਨਾ, ਇਹ ਮੈਂ ਸਾਰਾ ਕੁਝ ਮੈਨੇਜ ਕਰ ਲੂੰਗਾ, ਤੂੰ ਆਉਣਾ ਨਾ ਬੰਦ ਕਰ, ਭਾਵੇਂ ਸਾਲੇ ਹੋਟਲ ਹੀ ਬੰਦ ਕਰਾ ਦੇਣ, ਮਤਲਬ ਤੂੰ ਨਾ ਆਉਣਾ ਬੰਦ ਕਰੀ। ਤੇ ਉਹ ਇਹ ਸਾਰੀਆਂ ਚੀਜ਼ਾਂ ਹੋਣ ਕਰਕੇ ਹੀ ਫਿਰ ਸਾਡਾ ਆਪਸ ਵਿੱਚ ਇੰਨਾ ਪਿਆਰ ਵਧਿਆ ਵਾ। ਤੇ ਬਾਕੀ ਗੁਰੂ ਨਾਨਕ ਸਾਹਿਬ ਹੈਗੇ ਆ, ਰਹਿਮਤ ਕਰਨਗੇ। ਮੈਂ ਕੋਈ ਇਹੋ ਜਿਹੇ ਅਲਫਾਜ਼ ਕਿਸੇ ਵਾਸਤੇ ਵੀ ਨਹੀਂ ਯੂਜ਼ ਕਰਦਾ। ਜਿਵੇਂ ਲੋਕਾਂ ਤੋਂ ਸੁਣਿਆ ਲੱਗਾ ਤਾਂ ਐਵੇਂ ਸੀ ਵੀ ਚਲੋ ਬੀਜੇਪੀ ਵਾਲੇ ਬਹੁਤ ਗੰਦੀ ਰਾਜਨੀਤੀ ਕਰਦੇ ਆ, ਪਾਣੀ ਬੰਦ, ਅਸੀਂ ਪੀਣ ਵਾਲਿਆਂ ਦਾ ਵੀ ਨਵਾਂ ਹੀ ਕਾਂਡ ਸੁਣਾਤਿਆ ਤੁਸੀਂ। ਇਹਨਾਂ ਨੇ ਮੇਰੇ ਨਾਲ ਕੀਤਾ ਜੀ, ਮਤਲਬ 2000 'ਚ ਕੀਤਾ ਸੀਗਾ ਜੀ। ਬੰਦੇ ਸਾਰੀਆਂ ਪਾਰਟੀਆਂ 'ਚ ਇਹੋ ਜਿਹੇ ਹੈਗੇ ਆ, ਇਹੋ ਜਿਹੇ ਹੁੰਦੇ ਆ ਜੀ। ਹਾਂ, ਉਹ ਪ੍ਰੈਸ਼ਰ, ਜਿਵੇਂ ਮੈਂ ਤੁਹਾਨੂੰ ਦੱਸਦਾ ਵੀ ਉਹ ਢਾਬੇ ਦੇ ਨਾਲ ਹੀ ਇੱਕ ਸਾਡਾ ਨੇਤਾ ਜੀ ਯੂਨਾਈਟਿਡ ਫੋਰਮ ਦਾ ਕਲੱਬ ਸੀਗਾ, ਉਹਦੇ 'ਤੇ ਅਸੀਂ ਮਮਤਾ ਬੈਨਰਜੀ ਦਾ ਇੱਕ ਪੋਸਟਰ ਲਾਤਾ ਤੇ ਉਹ CPM ਵਾਲਿਆਂ ਨੇ ਸਾਨੂੰ ਆ ਕੇ ਪੁੱਛਿਆ ਵੀ ਐਂ ਕਰਕੇ ਤੇ ਵੀ ਇਹ ਪੋਸਟਰ ਤੁਸੀਂ ਲਾਇਆ ਵਾ। ਤੇ ਅਸੀਂ ਕਿਹਾ ਵੀ ਜੇ ਹੁਣ ਸਾਡੇ ਘਰ ਵੀ ਇਹਨੂੰ ਕਹਿੰਦੇ ਪਾਰਟੀ ਆਫਿਸ ਬਣਾ ਲਿਆ ਹੁਣ ਤੁਸੀਂ, ਵੀ ਮਮਤਾ ਬੈਨਰਜੀ ਦਾ ਪੋਸਟਰ ਲਾਇਆ, ਇਹਨੂੰ ਪਾਰਟੀ ਆਫਿਸ ਬਣਾ ਲਿਆ। ਤੇ ਅਸੀਂ ਕਿਹਾ ਜੇ ਹੁਣ ਸਾਡੇ ਘਰ 'ਤੇ ਕੋਈ ਪੋਸਟਰ ਲਾ ਕੇ ਚਲਿਆ ਜਾਊ, ਹੁਣ ਸਾਡਾ ਘਰ ਕਿਹੜਾ ਆਪਣੇ ਫਿਲਮ ਦਾ ਜੇ ਕੋਈ ਪੋਸਟਰ ਲਾ ਕੇ ਚਲਿਆ ਜਾਊ ਤੇ ਸਾਡਾ ਘਰ ਕਿਹੜਾ ਸਿਨੇਮਾ ਹਾਲ ਬਣ ਜੂਗਾ। ਤੇ ਲਾਉਣ ਵਾਲੇ ਨੇ ਲਾਤਾ, ਠੀਕ ਹੈ, ਜਿੰਨੇ ਦਿਨ ਰਹੂਗਾ। ਨਾ ਅਸੀਂ ਲਾਉਣ ਵਾਲਿਆਂ 'ਚ ਸੀਗਾ, ਨਾ ਅਸੀਂ ਲਾਉਣ ਵਾਲਿਆਂ 'ਚ। ਬਿਲਕੁਲ ਜੀ। ਸੋ ਗੱਲਾਂ ਤਾਂ ਬਹੁਤ ਹੈ, ਪਰ ਸਮਾਂ ਸਾਨੂੰ ਜਿਹੜਾ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਬਾਈ ਜੀ ਹੋਰਾਂ ਦੇ ਬਹੁਤ ਰੁਝੇਵੇਂ ਆ ਤੇ ਅਸੀਂ ਵੀ ਚਾਹੁੰਦੇ ਹਾਂ ਬਈ ਘੱਟ ਸਮੇਂ ਦੇ ਵਿੱਚ ਬਹੁਤੇ ਲੋਕਾਂ ਦੇ ਨਾਲ ਮਿਲ ਕੇ
ਚੰਗੀਆਂ ਰੂਹਾਂ ਨੂੰ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਜਿਨ੍ਹਾਂ ਨੂੰ ਤੱਕ ਲੋਕਾਂ ਦੀ ਅਪਰੋਚ ਜਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਪੰਜਾਬੀ ਭਰਾ ਕੀ ਕਰ ਰਹੇ ਨੇ, ਕਿਵੇਂ ਦੀਆਂ ਕਮਾਈਆਂ ਨੇ, ਕਿਵੇਂ ਪੰਜਾਬੀਆਂ ਦਾ ਨਾਂ ਰੌਸ਼ਨ ਹੁੰਦਾ ਹੈ, ਤੇ ਉਵੇਂ ਦੇ ਲੋਕਾਂ ਦੀ ਖੋਜ ਦੇ ਵਿੱਚ ਲਗਾਤਾਰ ਲੱਗੇ ਨੇ। ਤੇ ਜਿੱਤੀ ਬਾਈ ਜੀ ਹੋਰਾਂ ਦੇ ਨਾਲ, ਮਨਜੀਤ ਸਿੰਘ ਗਰੇਵਾਲ ਜੀ ਦੇ ਨਾਲ ਅਸੀਂ ਜਿਹੜੀ ਗੱਲਬਾਤ ਤੁਹਾਡੀ ਕਰਵਾਈ ਹੈ, ਤੇ ਹੋਰ ਅਜਿਹੀਆਂ ਰੂਹਾਂ ਦੇ ਨਾਲ ਜਲਦ ਤੁਹਾਨੂੰ ਮਿਲਾਉਂਦੇ ਹਾਂ। ਤੇ ਤੁਸੀਂ ਪੰਜਾਬੀ ਲੋਕ ਚੈਨਲ ਦੇ ਨਾਲ ਜੁੜੇ ਰਹੋ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਕਲਕੱਤਾ।